ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਆਪ ਦੇ ਚਰਨਾਂ 'ਚ ਦਾਸ ਦਾ ਕੋਟ ਕੋਟ ਨਮਨ ਹੈ। ਔਰ ਆਪ ਜੀ ਨੂੰ ਬਹੁਤ ਸਾਰਾ ਪਿਆਰ। ਕੱਲ ਵੀਡੀਓ ਬਣਾਉਂਦੇ ਨੈਟਵਰਕ ਕਰਕੇ ਵੀਡੀਓ ਬੰਦ ਹੋ ਗਈ, ਲਾਈਵ ਦਾ ਕਨੈਕਸ਼ਨ ਟੁੱਟ ਗਿਆ, ਜਿਸ ਕਾਰਨ ਵੀਡੀਓ ਬੰਦ ਹੋ ਗਈ। ਇਸੇ ਤਰ੍ਹਾਂ ਜਦੋਂ ਸਾਡਾ ਇਹ ਜ਼ਿੰਦਗੀ ਦਾ, ਇਹ ਜੀਵਨ ਦਾ, ਇਹ ਸਰੀਰ ਦਾ ਦੁਨੀਆ ਤੋਂ ਕਨੈਕਸ਼ਨ ਟੁੱਟ ਜਾਣਾ ਤਾਂ ਇਹਨੇ ਵੀ ਖੜ ਜਾਣਾ। ਸੋ ਸਮੇਂ ਰਹਿੰਦੇ ਹੋਏ ਸਾਨੂੰ ਆਪਣੇ ਆਪ ਦੀ ਪਹਿਚਾਣ ਕਰ ਲੈਣੀ ਚਾਹੀਦੀ ਆ। ਇਹ ਜੀਵਨ ਸਾਨੂੰ ਇਹ ਬਾਰ-ਬਾਰ ਨਹੀਂ ਮਿਲਦਾ, ਇਹਦੀ ਕਦਰ ਕਰਿਆ ਕਰੋ। ਇਹ ਸਰੀਰ ਸਾਨੂੰ ਕਿਰਾਏ 'ਤੇ ਮਿਲਿਆ ਹੈਗਾ, ਉਹ ਸਮੇਂ 'ਤੇ ਸਾਨੂੰ ਇਹਦੀ ਕਿਸ਼ਤ ਅਦਾ ਕਰਦੇ ਰਹਿਣਾ ਚਾਹੀਦਾ। ਚੌਵੀ ਹਜ਼ਾਰ ਸਵਾਸ ਸਾਨੂੰ ਰੋਜ਼ ਪ੍ਰਮਾਤਮਾ ਦੇ ਰਿਹਾ, ਪਰ ਅਸੀਂ ਲੋਕ ਇਹਨਾਂ ਸਵਾਸਾਂ ਦੀ ਕਦਰ ਹੀ ਨਹੀਂ ਕਰਦੇ ਪਏ। ਅਸੀਂ ਆਪਣੇ ਆਪ ਨੂੰ ਸਵਾਰਨ ਲੱਗੇ ਹੋਏ ਹਾਂ, ਆਪਣੇ ਆਪ ਨੂੰ ਸੋਹਣਾ ਬਣਾਉਣ 'ਤੇ ਲੱਗੇ ਹੋਏ ਹਾਂ, ਆਪਣੇ ਆਪ 'ਤੇ ਸ਼ੀਸ਼ੇ ਮੂਹਰੇ ਖੜ੍ਹ ਕੇ ਇੰਨਾ ਸਮਾਂ ਲਗਾ ਰਹੇ ਹਾਂ। ਕਦੇ ਜੋ ਸ਼ੀਸ਼ੇ ਮੂਹਰੇ ਤੁਸੀਂ ਖੜ੍ਹਦੇ ਹੋ, ਕਦੇ ਤੁਸੀਂ ਤੁਹਾਡੇ ਮਨ 'ਚ ਕਦੇ ਸਵਾਲ ਨਹੀਂ ਆਉਂਦਾ ਕਿ ਆਇਨਾ ਮੈਨੂੰ, ਸ਼ੀਸ਼ਾ ਮੈਨੂੰ ਜ਼ਿੰਦਗੀ ਦੀ ਹਕੀਕਤ ਦੱਸਦਾ ਪਿਆ? ਕਦੇ ਤੁਹਾਨੂੰ ਬਚਪਨਾ ਨਹੀਂ ਯਾਦ ਆਉਂਦਾ ਸ਼ੀਸ਼ੇ ਮੂਹਰੇ ਖੜ੍ਹ ਕੇ ਕਿ ਮੈਂ ਬਚਪਨ 'ਚ ਇੱਦਾਂ ਸੀ, ਹੁਣ ਮੈਂ ਇੱਦਾਂ ਹਾਂ? ਜਾਂ ਬੁਢਾਪੇ ਵੀ ਤੁਸੀਂ ਸ਼ੀਸ਼ੇ ਮੂਹਰੇ ਖੜ੍ਹਦੇ ਹੋ ਕਿ ਪਹਿਲਾਂ ਤੁਸੀਂ ਕਿੱਦਾਂ ਸੀ ਬਚਪਨ ਵਿੱਚ, ਜਵਾਨੀ ਵਿੱਚ ਤੁਸੀਂ ਕਿੱਦਾਂ ਦੇ ਲੱਗਦੇ ਸੀ, ਹੁਣ ਬੁਢਾਪੇ 'ਚ ਕਿੱਦਾਂ ਦੇ ਲੱਗਦੇ ਪਏ? ਸ਼ੀਸ਼ਾ ਸਾਨੂੰ ਸਭ ਕੁਝ ਦੱਸ ਰਿਹਾ, ਪਰ ਫਿਰ ਵੀ ਅਸੀਂ ਅਣਜਾਣ ਬਣ ਕੇ ਆਪਣੇ ਜੀਵਨ ਨੂੰ ਵਿਅਰਥ ਹੀ ਗਵਾਈ ਜਾ ਰਹੇ ਹਾਂ। ਸਾਨੂੰ ਪਲ ਪਲ ਪ੍ਰਭੂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ। ਪਹਿਲੀ ਕਿਰਪਾ ਸਾਡੇ ਪ੍ਰਮਾਤਮਾ ਨੇ ਕੀਤੀ, ਰੱਬ ਨੇ ਕੀਤੀ। ਸਾਨੂੰ ਇਹ ਸਰੀਰ ਮਿਲਿਆ, ਮਨੁੱਖ ਜਨਮ ਮਿਲਿਆ। ਦੂਜੀ ਕਿਰਪਾ ਸਾਡੇ ਗੁਰੂ ਨੇ ਕੀਤੀ, ਸਾਨੂੰ ਆਪਣੇ ਗਲ ਨਾਲ ਲਗਾਇਆ, ਸਾਨੂੰ ਆਪਣਾ ਸ਼ਿਸ਼ਯ ਬਣਾਇਆ, ਉਹ ਸਾਨੂੰ ਨਾਮ ਸ਼ਬਦ ਦਿੱਤਾ, ਸਾਨੂੰ ਜ਼ਿੰਦਗੀ ਦੇ ਮਕਸਦ ਨੂੰ, ਜ਼ਿੰਦਗੀ ਦਾ ਮਕਸਦ ਕੀ ਆ, ਸਾਨੂੰ ਉਹਦੀ ਪਹਿਚਾਣ ਕਰਾਈ। ਤੀਜੀ ਕਿਰਪਾ ਅਸੀਂ ਆਪਣੇ ਆਪ 'ਤੇ ਕਰਨੀ ਸੀ ਕਿ ਭਜਨ ਸਿਮਰਨ ਰੋਜ਼ ਕਰਨਾ ਸੀ, ਬੰਦਗੀ ਰੋਜ਼ ਕਰਨੀ ਸੀ, ਨਾਮ ਜਪਣਾ ਸੀ। ਪਰ ਅਸੀਂ ਤੀਜੀ ਕਿਰਪਾ ਆਪਣੇ ਆਪ 'ਤੇ ਨਾ ਕਰਕੇ ਅਸੀਂ ਜਿਹੜੀ ਦੋਨੇ ਕਿਰਪਾ ਜਿਹੜੀ ਪਹਿਲਾਂ ਦਿੱਤੀਆਂ, ਉਹ ਸਾਰੀਆਂ ਵਿਅਰਥ ਗਈਆਂ। ਪਰਮਾਤਮਾ ਦੀ ਕਿਰਪਾ ਵੀ ਵਿਅਰਥ ਗਈ, ਗੁਰੂ ਦੀ ਕਿਰਪਾ ਵਿਅਰਥ ਗਈ। ਫਿਰ ਅਸੀਂ ਦੋਸ਼ ਆਪਣੇ ਗੁਰੂ ਨੂੰ, ਆਪਣੇ ਮੁਰਸ਼ਦ ਨੂੰ ਦੇ ਦਿੰਦੇ ਹਾਂ। ਜਦ ਤੱਕ ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨਾਂਗੇ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਨਹੀਂ ਕਰਾਂਗੇ, ਤਦ ਤੱਕ ਅਸੀਂ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ। ਠੀਕ ਹੈ ਨਾ? ਅਨੁਭਵ ਕਰਨਾ ਹੀ ਪੈਣਾ, ਪ੍ਰੈਕਟੀਕਲ ਕਰਨਾ ਹੀ ਪੈਣਾ। ਪਹਿਲੀ ਕਿਰਪਾ ਪਰਮਾਤਮਾ ਨੇ ਕੀਤੀ, ਇਹ ਮਨੁੱਖ ਜਨਮ ਦਿੱਤਾ। 84 ਲੱਖ ਜੋਨੀਆਂ ਤੋਂ ਬਾਅਦ ਸਾਨੂੰ ਇਹ ਸਰੀਰ ਮਿਲਿਆ, ਇਹਦੀ ਕਦਰ ਕਰਿਆ ਕਰੋ। ਠੀਕ ਆ? ਪਰਮਾਤਮਾ ਨੇ ਸਾਡੇ ਬਖਸ਼ਿਸ਼ ਕੀਤੀ, ਕੁਛ ਪਰਮਾਤਮਾ ਸਾਡੇ ਤਰਸ ਆਇਆ, ਸਾਨੂੰ ਇਹ ਮਨੁੱਖੀ ਜਨਮ ਦਿੱਤਾ। ਦੂਜੀ ਕਿਰਪਾ ਗੁਰੂ ਨੇ ਕੀਤੀ ਕਿ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ, ਨਾਮ ਦੇ ਨਾਲ ਜੋੜਿਆ। ਤੀਜੀ ਕਿਰਪਾ ਅਸੀਂ ਆਪਣੇ ਆਪ 'ਤੇ ਕਰਨੀ ਸੀ। ਅਸੀਂ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਬੰਦਗੀ ਕਰਨੀ ਸੀ, ਆਪਣੇ ਆਪ ਨੂੰ ਜਾਣਨਾ ਸੀ, ਆਪਣੇ ਆਪ ਨੂੰ ਪਹਿਚਾਨਣਾ ਸੀ।
ਅਸੀਂ ਸੰਸਾਰ ਦੇ ਕੰਮਾਂ ਨੂੰ ਪਹਿਲ ਦੇਈ ਜਾ ਰਹੇ ਹਾਂ, ਪਰ ਭਗਤੀ, ਬੰਦਗੀ, ਨਾਮ ਸੇਵਨ ਅਸੀਂ ਫਾਲਤੂ ਦਾ ਕੰਮ ਸਮਝਦੇ ਹਾਂ। ਜਦੋਂ ਰੱਬ ਦੀ ਵਾਰੀ ਆਉਂਦੀ ਆ, ਪਰਮਾਤਮਾ ਦੀ ਭਗਤੀ ਦੀ ਵਾਰੀ ਆਉਂਦੀ, ਨਾਮ ਦੀ ਵਾਰੀ ਆਉਂਦੀ ਆ, ਉਦੋਂ ਤੁਸੀਂ ਵਿਅਸਤ ਹੋਏ ਨੇ, ਆਪਣੇ ਆਪ ਨੂੰ ਬਿਜ਼ੀ ਕਰ ਲੈਂਦੇ ਆ ਕਿ ਮੇਰੇ ਕੋਲ ਤਾਂ ਸਮਾਂ ਹੀ ਹੈ ਨਹੀਂ। ਫਿਰ ਕੰਮ ਯਾਦ ਆਉਣ ਲੱਗ ਪੈਂਦੇ ਤੁਹਾਨੂੰ। ਇਹ ਸਰੀਰ ਇਹ ਕਿਰਾਏ 'ਤੇ ਮਿਲਿਆ, ਸਭ ਨੂੰ ਆਪਣਾ ਇਹ ਕਿਰਾਇਆ ਸਮੇਂ 'ਤੇ ਅਦਾ ਕਰਦੇ ਰਹਿਣਾ ਚਾਹੀਦਾ। ਬੜਾ ਅਨਮੋਲ ਸਰੀਰ ਆ, ਕੀਮਤੀ ਸਰੀਰ ਆ। ਅੱਖਾਂ ਦੇਖੋ, ਬਾਹਰੋਂ ਲੈਣ ਜਾਓ, ਲੱਖਾਂ ਰੁਪਈਆਂ ਦੀਆਂ ਅੱਖਾਂ ਹੀ ਨੇ। ਕਿਡਨੀ ਹੈਗੀਆਂ, ਬਾਹਰੋਂ ਲੈਣ ਜਾਓ, ਲੱਖਾਂ ਰੁਪਏ ਦੀ ਕਿਡਨੀਆਂ ਮਿਲਦੀਆਂ। ਗੋਡੇ ਲੈਣ ਜਾਓ, ਲੱਖਾਂ ਰੁਪਏ ਦੇ ਗੋਡੇ ਮਿਲਦੇ ਬਾਹਰੋਂ। ਪਰਮਾਤਮਾ ਨੇ ਸਾਨੂੰ ਹਰ ਚੀਜ਼ ਫ੍ਰੀ ਦਿੱਤੀ ਆ। ਫਿਰ ਵੀ ਅਸੀਂ ਆਪਣੇ ਸਰੀਰ ਦੀ ਇਹਦੀ ਕਦਰ ਹੀ ਨਹੀਂ ਕਰਦੇ ਪਏ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਇਹ ਸਰੀਰ ਦੀ, ਇਸ ਸਮੇਂ ਦੀ ਕਦਰ ਕਰ ਲਓ, ਤੁਹਾਡਾ ਹੀ ਫਾਇਦਾ ਆ। ਬੰਦਗੀ ਦਾ, ਤੁਹਾਡੀ ਕੀਤੀ ਹੋਈ ਭਗਤੀ ਦਾ, ਤੁਹਾਡੀ ਕੀਤੀ ਹੋਈ ਬੰਦਗੀ ਦਾ ਤੁਹਾਨੂੰ ਹੀ ਫਾਇਦਾ ਆ। ਤੁਹਾਡੇ ਗੁਰੂ ਨੂੰ ਕੋਈ ਫਾਇਦਾ ਨਹੀਂ ਹੈਗਾ। ਪਰ ਫਿਰ ਵੀ ਗੁਰੂ ਤੁਹਾਡੇ ਤੋਂ ਭਗਤੀ ਦੀ ਉਮੀਦ ਰੱਖਦਾ। ਉਹ ਤੁਹਾਡੇ ਲਈ ਹਰ ਸਮਾਂ ਤੁਹਾਡੀ ਹੈਲਪ ਲਈ, ਸਹਾਇਤਾ ਲਈ ਤਿਆਰ ਰਹਿੰਦਾ ਆ। ਤੁਹਾਡੇ ਮਾਰਗਦਰਸ਼ਨ ਲਈ 24 ਘੰਟੇ ਹਾਜ਼ਰ ਆ ਤੁਹਾਡਾ ਗੁਰੂ। ਉਹਨੂੰ ਤੁਹਾਡੇ ਤੋਂ ਸਿਰਫ ਭਗਤੀ ਦੀ ਉਮੀਦ ਆ, ਬੰਦਗੀ ਦੀ ਉਮੀਦ ਆ। ਪਰ ਤੁਸੀਂ ਆਪਣੇ ਗੁਰੂਆਂ ਨੂੰ ਬਚਨਾਂ ਦੇ ਫੁੱਲ ਚੜਾਉਂਦੇ ਹੀ ਨਹੀਂ, ਆਪਣੇ ਗੁਰੂਆਂ ਦਾ ਕਹਿਣਾ ਮੰਨਦੇ ਹੀ ਨਹੀਂ ਹੈਗੇ। ਗੁਰੂ ਤੁਹਾਡੇ ਸੰਸਾਰ ਦੇ ਧਨ ਦੌਲਤ ਨਾਲ, ਇਹਨਾਂ ਪਦਾਰਥਾਂ ਨਾਲ ਖੁਸ਼ ਹੋਣ ਵਾਲਾ ਨਹੀਂ ਹੈਗਾ। ਜਿੰਨੇ ਵਾਰੀ ਤੁਸੀਂ ਸੋਹਣੇ ਪਕਵਾਨ ਖਵਾ ਲਓ, ਜਿੰਨੇ ਮਰਜ਼ੀ ਅੱਗੇ ਪਿੱਛੇ ਘੁੰਮੀ ਜਾਓ, ਗੁਰੂ ਇੱਦਾਂ ਖੁਸ਼ ਹੋਣ ਵਾਲਾ ਨਹੀਂ ਹੈਗਾ। ਅਗਰ ਤੁਸੀਂ ਆਪਣੇ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਖੁਸ਼ ਕਰਨਾ ਚਾਹੁੰਦੇ ਹੋ, ਤਾਂ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਤੁਹਾਡੇ ਭਜਨ ਸਿਮਰਨ ਦੀ ਕਮਾਈ ਤੋਂ, ਨਾਮ ਸਿਮਰਨ ਦੀ ਕਮਾਈ ਤੋਂ ਹੀ ਤੁਹਾਡੇ ਗੁਰੂ ਨੇ ਤੁਹਾਡੇ ਤੋਂ ਖੁਸ਼ ਹੋਣਾ ਕਿ ਮੇਰੇ ਬੱਚਿਆਂ ਨੇ ਮੇਰਾ ਕਹਿਣਾ ਮੰਨਿਆ, ਕਹਿਣਾ ਮੰਨ ਕੇ ਭਗਤੀ ਕੀਤੀ ਆ। ਫਿਰ ਗੁਰੂ ਦਾ ਵੀ ਥੋੜ੍ਹਾ ਬੋਝ ਹਲਕਾ ਹੁੰਦਾ। ਜਦੋਂ ਬੱਚੇ ਅੱਛੇ ਬਣ ਜਾਣ, ਸਿਆਣੇ ਬਣ ਜਾਣ, ਕਹਿਣਾ ਮੰਨ ਲੱਗ ਜਾਣ, ਤਾਂ ਮਾਂ-ਬਾਪ ਦੀ ਅੱਧੀ ਟੈਨਸ਼ਨ ਖਤਮ ਹੋ ਜਾਂਦੀ ਆ। ਜੇ ਬੱਚਾ ਕਹਿਣਾ ਨਾ ਮੰਨੇ, ਨਲਾਇਕ ਰਵੇ, ਕੋਈ ਕੰਮ ਟਾਈਮ 'ਤੇ ਨਾ ਕਰੇ, ਸਮੇਂ 'ਤੇ ਨਾ ਕਰੇ, ਤਾਂ ਮਾਂ-ਬਾਪ ਦੀ ਚਿੰਤਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਜੇ ਅਸੀਂ ਭਗਤੀ ਕਰਾਂਗੇ, ਰੋਜ਼ ਆਪਣੀ ਡਿਊਟੀ ਸਮਝ ਕੇ ਰੋਜ਼ਾਨਾ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਤਾਂ ਗੁਰੂ ਸਾਡੇ ਤੋਂ ਖੁਸ਼ ਹੋਵੇਗਾ ਅਤੇ ਗੁਰੂ ਨੂੰ ਵੀ ਕੋਈ ਸੁੱਖ ਦਾ ਸਾਹ ਮਿਲੇਗਾ। ਗੁਰੂ ਨੂੰ ਖੁਸ਼ੀ ਹੋਵੇਗੀ। ਜੇ ਤੁਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਹੋ, ਗੁਰੂ ਨਾਲ ਪ੍ਰੇਮ ਕਰਦੇ ਹੋ, ਤਾਂ ਰੋਜ਼ ਹੀ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿਓ। ਇਹ ਜੀਵਨ, ਫਿਰ ਬਾਰ-ਬਾਰ ਕਹਿ ਰਿਹਾ, ਜੀਵਨ ਬਾਰ-ਬਾਰ ਨਹੀਂ ਮਿਲਦਾ, ਇਹਦੀ ਕਦਰ ਕਰੋ। ਤੁਹਾਡੇ ਹੱਥ ਆ, ਸੁੱਖ ਵੀ ਤੁਹਾਡੇ ਹੱਥ ਆ, ਦੁੱਖ ਵੀ ਤੁਹਾਡੇ ਹੱਥ ਆ। ਜੇ ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਕਰਮ ਨੇ। ਜੇ ਦੁਖੀ ਹੋ, ਇਹ ਵੀ ਤੁਹਾਡੇ ਕਰਮ ਨੇ। ਸੁੱਖ ਦੁੱਖ ਕਰਮਾਂ ਨਾਲ ਮਿਲਦੇ ਆ, ਔਰ ਸੁੱਖ ਦੁੱਖ ਸਰੀਰ ਦੇ ਜ਼ਰੂਰੀ ਅੰਗ ਨੇ। ਦੁੱਖ ਆ ਗਿਆ ਫਿਰ ਸੁੱਖ ਆ ਗਿਆ, ਸੁੱਖ ਆ ਗਿਆ ਫਿਰ ਦੁੱਖ ਆ ਗਿਆ। ਇੱਦਾਂ ਜਦ ਤੱਕ ਸੰਸਾਰ 'ਚ ਆ, ਇਹ ਦੁੱਖ ਸੁੱਖ ਚੱਲੀ ਜਾਣੇ ਆ। ਪਰ ਸਮੇਂ ਰਹਿੰਦੇ ਹੋਏ ਸਾਨੂੰ ਆਪਣੇ ਆਪ ਨੂੰ ਜਾਣ ਲੈਣਾ ਚਾਹੀਦਾ।
ਆਪਣੇ ਆਪ ਨੂੰ ਪਹਿਚਾਨ ਲੈਣਾ ਚਾਹੀਦਾ। ਅਸੀਂ ਇੱਥੇ ਸੰਸਾਰ ਦੇ ਵਿੱਚ ਕੱਲੀ ਰੋਟੀ ਖਾਣ ਨਹੀਂ ਆਏ। ਅਸੀਂ ਇੱਥੇ ਸੌਣ ਵਾਸਤੇ ਨਹੀਂ ਆਏ। ਅਸੀਂ ਇੱਥੇ ਬੱਚੇ ਪੈਦਾ ਕਰਨ ਵਾਸਤੇ ਨਹੀਂ ਆਏ। ਅਸੀਂ ਇੱਥੇ ਕੋਠੀਆਂ ਕਾਰਾਂ ਇਕੱਠੀਆਂ ਕਰਨ ਵਾਸਤੇ ਨਹੀਂ ਆਏ। ਇਹ ਜੀਵਨ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ। ਆਪਣੇ ਆਪ ਨੂੰ ਥੋੜ੍ਹਾ ਬਹੁਤਾ ਸਮਾਂ ਦੇਣ ਦੀ ਕੋਸ਼ਿਸ਼ ਕਰੋ। 24 ਘੰਟੇ ਦਾ ਦਸਵੰਧ ਬੰਦਾ 2.5 ਘੰਟੇ, ਘੱਟੋ ਘੱਟ 2.5 ਘੰਟੇ ਹੀ ਰੋਜ਼ ਅਭਿਆਸ ਕਰ ਲਓ। ਇੰਨਾ ਸਮਾਂ ਤੁਸੀਂ ਕੱਢ ਹੀ ਸਕਦੇ ਹੋ। ਬਾਕੀ 22 ਘੰਟੇ ਬਚਦੇ ਨੇ 24 ਘੰਟਿਆਂ ਵਿੱਚੋਂ। ਤੁਸੀਂ ਜੋ ਮਰਜ਼ੀ ਸੰਸਾਰ ਦੇ ਕੰਮ ਧੰਦੇ ਕੋ, ਪਰਮਾਤਮਾ ਰੋਕਣ ਵਾਲਾ ਨਹੀਂ, ਤੁਹਾਨੂੰ ਗੁਰੂ ਰੋਕਦਾ ਨਹੀਂ ਹੈਗਾ। ਸੰਸਾਰ ਦੇ ਕੰਮ ਧੰਦੇ ਵੀ ਜ਼ਰੂਰੀ ਆ, ਪਰ ਆਪਣੇ ਜੀਵਨ ਦਾ ਜਿਹੜਾ ਪਹਿਲਾ ਮਕਸਦ ਆ ਉਹਨੂੰ ਪੂਰਾ ਕਰੋ। ਭਗਤੀ ਹਮੇਸ਼ਾ ਅੱਜ ਹੀ ਹੋ ਸਕਦੀ ਹੈ, ਕੱਲ੍ਹ ਨਹੀਂ ਹੋ ਸਕਦੀ। ਅਸੀਂ ਭਗਤੀ ਨੂੰ ਕੱਲ੍ਹ ਤੇ ਟਾਲ ਦਿੰਦੇ ਹਾਂ। ਪਹਿਲਾਂ ਆਹ ਕੰਮ ਕਰ ਲਈਏ, ਪਹਿਲਾਂ ਉਹ ਕੰਮ ਕਰ ਲਈਏ, ਇੱਧਰੋਂ ਇਕੱਠਾ ਕਰ ਲਈਏ, ਉੱਧਰ ਇਕੱਠਾ ਕਰ ਲਈਏ, ਭਗਤੀ ਕੱਲ੍ਹ ਕਰਾਂਗੇ। ਕੱਲ੍ਹ ਫਿਰ ਅੱਜ ਹੋਇਆ ਨਹੀਂ। ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। कल का नाम काल का, भजन करो गोपाल का। ਅੱਜ ਹੀ ਭਗਤੀ ਕਰੋ। ਕੱਲ ਫਿਰ ਅੱਜ ਹੋਇਆ ਨਹੀਂ ਹੈ। ਕੱਲ ਕਦੇ ਨਾ ਆਇਆ ਨਹੀਂ, ਕਦੇ ਕੱਲ ਨਹੀਂ ਕਦੇ ਆਂਦਾ। ਠੀਕ ਹੈ, ਅੱਜ ਤੋਂ ਹੀ ਭਗਤੀ ਕਰਨੀ ਸ਼ੁਰੂ ਕਰੋ। ਆਪਣੇ 24 ਘੰਟਿਆਂ ਨੂੰ ਆਪਣੀ ਜ਼ਰੂਰਤ ਹਿਸਾਬ ਨਾਲ ਵੰਡ ਕੇ ਦੇਖੋ ਤਾਂ ਸਹੀ, ਕਿ 2.5-3 ਘੰਟੇ ਪ੍ਰਮਾਤਮਾ ਨੂੰ ਦਿੰਦੇ ਆ, ਇੰਨੇ ਘੰਟੇ ਅਸੀਂ ਕੰਮ ਕਰਨਾ, ਇੰਨੇ ਘੰਟੇ ਅਸੀਂ ਸੋਣਾ, ਇੰਨੇ ਘੰਟੇ ਅਸੀਂ ਪਰਿਵਾਰ ਨੂੰ ਦੇਣੇ ਆ, ਇੰਨੇ ਘੰਟੇ ਅਸੀਂ ਦੋਸਤ ਮਿੱਤਰ ਨੂੰ ਦੇਣੇ ਆ, ਇੰਨੇ ਘੰਟੇ ਅਸੀਂ ਸਮਾਜ ਨੂੰ ਦੇਣੇ ਆ। ਉਹ ਡਿਵਾਈਡ ਕਰਕੇ ਦੇਖੋ ਅਸੀਂ ਆਪਣੇ ਆਪ ਨੂੰ, ਸਮੇਂ ਨੂੰ। ਰਾਤ ਦਿਨ ਮਰੀ ਜਾ ਰਹੇ, ਅਸੀਂ ਪੈਸਾ ਇਕੱਠਾ, ਆਹ ਵੀ ਇਕੱਠਾ ਕਰ ਲਈ, ਆਹ ਵੀ ਇਕੱਠਾ ਕਰ ਲਈ, ਆਹ ਵੀ ਇਕੱਠਾ, ਫਿਰ ਵੀ ਤੁਸੀਂ ਦੁਖੀ ਦੇ ਦੁਖੀ ਆ। ਜਿਨ੍ਹਾਂ ਕੋਲ ਇੰਨਾ ਪੈਸਾ ਇਕੱਠਾ ਹੋਇਆ ਉਹਨੂੰ ਖਾਣ ਦਾ ਹੁਕਮ ਨਹੀਂ ਹੈਗਾ, ਉਹ ਆਪਣੀ ਮਰਜ਼ੀ ਦਾ ਕੁਝ ਖਾ ਹੀ ਨਹੀਂ ਸਕਦੇ। ਰਾਤ ਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾ ਖਾ ਕੇ ਸੌਂਦੇ ਆ। ਕਦੇ ਇਹਦਾ ਦੇਣਾ, ਉੱਥੋਂ ਲੈਣਾ। ਪੈਸੇ ਸੁੱਖ ਹੁੰਦਾ ਤਾਂ ਰਾਜੇ ਮਹਾਰਾਜੇ ਸੁਖੀ ਹੋ ਜਾਣਾ ਸੀ, ਪਰ ਉਹ ਵੀ ਦੁਖੀ ਤੇ ਦੁਖੀ ਰਹੇ। ਇਹ ਸੰਸਾਰ 'ਚ ਲੜਾਈਆਂ ਹੋ ਰਹੀਆਂ, ਪੈਸੇ ਕਰਕੇ ਹੋ ਰਹੀਆਂ। ਘਰ ਘਰ ਬਿਮਾਰੀਆਂ ਪਹੁੰਚ ਗਈਆਂ, ਪੈਸੇ ਕਰਕੇ ਪਹੁੰਚ ਗਈਆਂ। ਨਸ਼ੇ ਪਹੁੰਚ ਗਏ, ਪੈਸੇ ਕਰਕੇ ਪਹੁੰਚ ਗਏ। ਘਰ ਘਰ 'ਚ ਲੜਾਈਆਂ ਹੈਗੀਆਂ, ਪੈਸੇ ਕਰਕੇ ਲੜਾਈਆਂ ਹੈਗੀਆਂ। ਆਪਣੇ ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਪ੍ਰਮਾਤਮਾ ਨੂੰ ਪਹਿਲਾ ਸਮੇਂ ਦੇਣ ਦੀ ਕੋਸ਼ਿਸ਼ ਕਰੋ। ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਫਿਰ ਦੇਖੋ ਤੁਹਾਨੂੰ ਪ੍ਰਮਾਤਮਾ ਨੇ ਬਾਦਸ਼ਾਹ ਬਣਾ ਦੇਣਾ। ਇਹ ਬੜਾ ਸੁੱਚਾ ਸੌਦਾ ਹੈਗਾ, ਸੱਚਾ ਔਰ ਸੁੱਚਾ ਸੌਦਾ ਹੈਗਾ। ਇਹਦੇ ਵਰਗਾ ਸੰਸਾਰ 'ਚ ਕੋਈ ਸੌਦਾ ਹੈ ਹੀ ਨਹੀਂ ਹੈਗਾ। ਦਾਸ ਦੀ ਗੱਲ ਇੱਕ ਮੰਨ ਕੇ ਤਾਂ ਦੇਖੋ, ਆਪਣਾ ਜੀਵਨ ਉੱਦਾਂ ਬਣਾ ਕੇ ਤਾਂ ਦੇਖੋ, ਪ੍ਰਭੂ ਨੂੰ ਸਮਾਂ ਦੇ ਕੇ ਤਾਂ ਦੇਖੋ, ਤੁਹਾਡਾ ਜੀਵਨ ਬਦਲ ਜਾਣਾ। ਅਸੀਂ ਵੀ ਪ੍ਰਭੂ ਦੇ ਚਰਨਾਂ 'ਚ ਬੈਠੇ ਹਾਂ। ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ, ਸਾਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ, ਆਟੋਮੈਟਿਕ ਹੀ ਪਹੁੰਚ ਜਾਂਦੀ ਆ। ਸਿਰਫ ਐਂ ਖਿਆਲ ਆਇਆ, ਅੱਗੇ ਪੂਰਾ ਹੋ ਜਾਂਦਾ। ਇੰਨੀ ਕਿਰਪਾ ਉਸ ਪਰਮਾਤਮਾ ਦੀ ਹੈਗੀ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ। ਸਾਨੂੰ ਤਾਂ ਕਹਿਣ ਦੀ ਲੋੜ ਵੀ ਨਹੀਂ ਪੈਂਦੀ। ਇੰਨੀ ਕਿਰਪਾ ਪਰਮਾਤਮਾ ਦੀ ਹੈਗੀ, ਗੁਰੂ ਦੀ ਇੰਨੀ ਕਿਰਪਾ ਹੈ। ਤੁਸੀਂ ਇੱਕ ਵਾਰ ਗੁਰੂ ਦੇ ਆਪਣੇ ਬਣ ਕੇ ਤਾਂ ਦੇਖੋ, ਪਰਮਾਤਮਾ ਦੇ ਬਣ ਕੇ ਤਾਂ ਦੇਖੋ, ਆਪਣਾ ਆਪ ਸਮਰਪਣ ਪ੍ਰਭੂ ਦੇ ਚਰਨਾਂ 'ਚ ਕਰਕੇ ਤਾਂ ਦੇਖੋ। ਸਿਰਫ ਇੱਕ ਕੰਮ ਤੁਹਾਨੂੰ ਗੁਰੂ ਨੇ ਦਿੱਤਾ, ਇੱਕੋ ਕੰਮ, ਸਿਰਫ ਦੂਜਾ ਕੰਮ ਨਹੀਂ ਦਿੱਤਾ ਕਿ ਬੇਟੇ ਸਿਮਰਨ ਕਰੋ, ਭਜਨ ਸਿਮਰਨ ਦਾ ਅਭਿਆਸ ਕਰੋ। ਰੋਜ਼ ਬਾਹਰੋਂ ਖਿਆਲ ਹਟਾ ਕੇ ਇਕਾਗਰ ਹੋ ਕੇ ਚੌਂਕੜੀ ਮਾਰ ਕੇ ਬੈਠ ਜਾਓ। ਆਪਣੇ ਅੰਦਰ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ।
ਸਿਰਫ ਇੱਕੋ ਕੰਮ ਕਰਨਾ, ਸਿਮਰਨ ਕਰਨਾ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸੰਭਾਲ ਕਰਨੀ ਆ। ਨਹਾ ਧੋ ਕੇ ਪ੍ਰਭੂ ਦੇ ਚਰਨਾਂ 'ਚ ਬੈਠ ਜਾਇਆ ਕਰੋ, ਇਕਾਗਰ ਹੋ ਕਾਂ ਧੋ ਕੇ ਬਹਿ ਜਾਇਆ ਕਰੋ। 2.5-3 ਘੰਟੇ ਰੋਜ਼ ਤੁਸੀਂ ਇੱਕ ਸੀਟਿੰਗ ਦੇ ਵਿੱਚ ਬੈਠਣਾ ਹੈਗਾ, ਰੋਜ਼ ਅਭਿਆਸ ਕਰਨਾ। ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਨੇ ਆ। ਦੇਖੋ ਤੁਹਾਡੇ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਆਸਾਨ ਹੋ ਜਾਣਾ। ਦੁੱਖ ਆਉਣਗੇ ਪਰ ਤੁਹਾਨੂੰ ਪਤਾ ਨਹੀਂ ਲੱਗਣਾ। ਹਵਾ ਦੇ ਝੋਂਕੇ ਨੂੰ ਆਏ ਤੇ ਹਵਾ ਝੋਂਕੇ ਨੂੰ ਚਲੇ ਜਾਣੇ। ਬੜਾ ਸੱਚਾ ਸੁੱਚਾ ਸੌਦਾ ਇਹ ਨਾਮ ਦਾ ਸੌਦਾ। ਹੋਰ ਇੱਕ ਕੰਮ ਕਰਨਾ, ਉਸ ਪਰਮਾਤਮਾ ਨੇ, ਉਸ ਅੱਲਾ ਨੇ, ਉਸ ਵਾਹਿਗੁਰੂ, ਉਸ ਰਾਮ ਨੇ ਤੁਹਾਡੇ ਹਜ਼ਾਰਾਂ ਹੀ ਕੰਮ ਕਰਨੇ ਆ। ਹੈ ਕੋਈ ਸੌਦਾ ਇੱਦਾਂ ਦਾ ਕੋਈ ਕਿ ਦੁਨੀਆ ਤੁਸੀਂ ਕਿਸੇ ਦਾ ਇੱਕ ਕੰਮ ਕੀਤਾ ਹੋਵੇ ਉਹ ਤੁਹਾਡਾ ਉਸ ਬਦਲੇ 1000 ਕੰਮ ਕਰ ਦੇਵੇ? ਨਹੀਂ ਹੈ ਨਾ। ਸੰਸਾਰ 'ਚ ਕੋਈ ਇਹੋ ਜਿਹਾ ਸੌਦਾ ਨਹੀਂ ਹੈਗਾ। ਪਰ ਇੱਕ ਇਹੀ ਸੌਦਾ ਹੈਗਾ ਪਰਮਾਤਮਾ ਦਾ ਨਾਮ ਦਾ ਸੌਦਾ। ਇੱਕ ਕੰਮ ਸਿਰਫ ਤੁਸੀਂ ਕਰਨਾ, ਭਗਤੀ ਸਿਮਰਨ। 1000 ਕੰਮ ਉਸ ਪਿਤਾ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਰਾਮ ਨੇ, ਵਾਹਿਗੁਰੂ ਨੇ ਕਰਨੇ ਤੁਹਾਡੇ। ਫਿਰ ਉਹਨੇ ਤੁਹਾਡੇ ਕੰਮ ਵੀ ਕਰਨੇ ਆ, ਨਾ ਤੁਹਾਨੂੰ ਆਸਾਨ ਵੀ ਨਹੀਂ ਕਰਨਾ, ਤੁਹਾਨੂੰ ਜਿਤਾਣਾ ਵੀ ਹੈ ਨਹੀਂ ਕਿ ਮੈਂ ਆਹ ਕਰ ਦਿੱਤਾ ਤੇਰੇ ਲਈ। ਦੇਂਦਾ ਦੇ ਲੈਂਦਾ ਥੱਕ ਪਾਈ, ਹੈ ਨਾ। ਜੁਗਾ ਜੁਗੰਤਰ ਖਾਇਕ। ਅਸੀਂ ਲੈਂਦੇ ਥੱਕ ਜਾਵਾਂਗੇ, ਉਹ ਦਿੰਦੇ ਨਹੀਂ ਥੱਕਣਾ ਉਹਨੇ। ਇੱਕ ਕੰਮ ਕਰਨਾ, ਰੋਜ਼ ਅਭਿਆਸ ਕਰਨਾ, ਰੋਜ਼ ਸਿਮਰਨ ਕਰਨਾ ਅੰਤਰ ਵਿੱਚ। 1000 ਕੰਮ ਪਰਮਾਤਮਾ ਨੇ ਕਰਨੇ ਆ। ਸੰਸਾਰ ਦੇ ਬੰਦੇ ਦਾ ਕਿਸੇ ਦਾ ਇੱਕ ਕੰਮ ਕਰੋ ਤੁਸੀਂ, ਉਹ ਤਾਨੇ ਦੇ ਦੇ ਕੇ ਜਿਤਾ ਜਿਤਾ ਕੇ ਬੰਦੇ ਨੂੰ ਉੱਦਾਂ ਹੀ ਮਾਰ ਦਿੰਦਾ। ਕਿਸੇ 10 ਕੰਮ ਕਰੋ ਤਾਂ ਵੀ ਉਹ ਇੱਕ ਕੰਮ ਨਹੀਂ ਕਰਦਾ ਸਾਡਾ। ਪਰ ਇੱਕ ਪਰਮਾਤਮਾ ਗੁਰੂ ਆ ਜਿਹੜਾ ਸਾਨੂੰ ਇੱਕ ਕੰਮ ਦਿੱਤਾ, ਬੰਦਗੀ ਕਰੋ ਬੇਟੇ, ਤੁਹਾਡੇ 1000 ਕੰਮ ਮੈਂ ਕਰਾਂਗਾ। ਉਹ ਕਰਦਾ। ਇਹ ਅਨੁਭਵ ਆ ਦਾਸ ਦਾ, ਇਹ ਪ੍ਰੈਕਟੀਕਲ ਅਨੁਭਵ ਆ। ਮੈਂ ਕੋਈ ਕੰਮ ਨਹੀਂ ਕਰਦਾ, ਮੈਂ ਹਮੇਸ਼ਾ ਪ੍ਰਭੂ ਦੇ ਚਰਨਾਂ 'ਚ ਆਪਣੇ ਦਰਬਾਰ 'ਤੇ ਬੈਠਾ ਰਹਿਣਾ। ਹਰ ਕਿਸੇ ਨੂੰ ਪ੍ਰਭੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ। ਇਹ ਮੇਰਾ ਇੱਕ ਕਰਮ ਹੈ ਵੀ, ਹੈ ਨਾ। ਮੈਂ ਕਰ ਰਿਹਾ। ਕਿਸੇ ਕੋਲ 1 ਰੁਪਇਆ ਨਹੀਂ ਮੈਂ ਮੰਗਦਾ, ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ, ਨਾ ਹੀ ਕਦੇ ਇੰਨੇ ਮੇਲੇ ਕਰਾਏ, ਇੰਨੇ ਜਾਗਰਣ। ਹੁਣ ਦੂਜਾ ਜਾਗਰਣ ਹੁਣ ਜਨਵਰੀ ਵਿੱਚ ਆ, 14 ਜਨਵਰੀ ਨੂੰ, ਔਰ ਇੰਨੇ 7 ਮੇਲੇ ਹੋ ਗਏ, 6 ਮੇਲੇ ਹੋ ਗਏ। ਕਦੇ ਦਾਸ ਨੇ ਕਦੇ 1 ਰੁਪਏ ਦੀ ਕਿਸੇ ਦੀ ਪਰਚੀ ਨਹੀਂ ਕੱਟੀ, ਨਾ ਕਿਸੇ ਨੂੰ ਕਿਹਾ ਕਿ ਤੇਰੀ ਆਹ ਸੇਵਾ। ਕਿਉਂ? ਮੈਂ ਉਸ ਪ੍ਰਭੂ ਦੇ, ਉਸ ਪਰਮਾਤਮਾ ਦੇ, ਗੁਰੂ ਦੇ ਚਰਨਾਂ 'ਚ ਬੈਠਾ ਹਾਂ। ਮੈਂ ਤਾਂ ਉਤੋਂ ਮੰਗਣਾ, ਉਹਨੂੰ ਕਹਿਣਾ ਜੋ ਕਹਿਣਾ। ਜੇ ਮੈਂ ਉਹਦੇ ਚਰਨਾਂ 'ਚ ਬਹਿ ਕੇ ਸੰਗਤਾਂ ਦੀ ਜੇਬਾਂ ਦੇ ਆਸ ਰੱਖਾਂਗਾ, ਦੁਨੀਆ ਦੀ ਜੇਬਾਂ ਵਿੱਚ ਧਿਆਨ ਰੱਖਾਂਗਾ, ਤਾਂ ਫਿਰ ਉਹਨੇ ਕਿਰਪਾ ਕਰਨੀ ਬੰਦ ਕਰ ਦੇਣੀ। ਫਿਰ ਜਿਹਦੇ ਚਰਨਾਂ 'ਚ ਬੈਠਾ ਉਹਨੇ ਕਹਿਣਾ ਇਹਨੂੰ ਤਾਂ ਮੇਰੇ 'ਤੇ ਭਰੋਸਾ ਨਹੀਂ ਹੈਗਾ, ਇਹਨੂੰ ਤਾਂ ਲੋਕਾਂ ਦੀ ਜੇਬਾਂ 'ਚ ਭਰੋਸਾ, ਅਤੇ ਪਰਮਾਤਮਾ ਮੇਰਾ ਕਿੱਦਾਂ ਸਾਥ ਦੇਵੇਗਾ। ਅੱਜ ਤੱਕ ਕਿਸੇ ਦੇ 1 ਰੁਪਏ ਦੀ ਪਰਚੀ ਨਹੀਂ ਕੱਟੀ, ਨਾ ਕਿਸੇ ਨੂੰ ਕਿਹਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ। ਉਹਦੀ ਕਿਰਪਾ ਨਾਲ ਮੇਲੇ ਬਹੁਤ ਵਧੀਆ ਹੋ ਰਹੇ ਆ, ਜਾਗਰਣ ਬਹੁਤ ਵਧੀਆ ਹੋ ਰਹੇ ਆ। ਇੱਕ ਵਾਰ ਉਹਦੇ ਬਣ ਕੇ ਤਾਂ ਦੇਖੋ, ਇੱਕ ਵਾਰ ਤਾਂ ਸਮਰਪਣ ਕਰਨਾ ਹੀ ਪੈਣਾ। ਜਾਂ ਕਹਿੰਦੇ ਕਿਸੇ ਨੂੰ ਆਪਣਾ ਬਣਾ ਲਓ, ਜਾਂ ਉਹਦੇ ਬਣ ਜਾਓ। ਗੱਲ ਤਾਂ ਬਣਨੀ ਆ, ਗੱਲ ਤਾਂ ਇੱਕ ਮੁੱਕਣੀ ਪੈਣੀ ਹੈ, ਮੁਕਾਣੀ ਪੈਣੀ ਹੈ। ਜਾਂ ਤਾਂ ਉਹਦੇ ਬਣ ਜਾਓ, ਜਾਂ ਉਹਨੂੰ ਆਪਣੇ ਵਰਗਾ ਬਣਾ ਲਓ। ਇੱਕ ਭਗਤ ਨੇ ਰਾਮ ਜੀ ਨਾਲ ਸ਼ਰਤ ਰੱਖੀ। ਉਹ ਕੀ ਕਹਿੰਦੇ ਹੁੰਦੇ, ਖੇਲਦੇ ਪਏ ਸੀ। ਕਹਿੰਦੇ ਪ੍ਰਭੂ ਤੁਸੀਂ ਮੇਰੇ ਨਾਲ ਸ਼ਰਤ ਰਹਿ ਗਈ, ਜੇ ਤੁਸੀਂ ਜਿੱਤ ਗਏ ਨਾ, ਜੇ ਤੁਸੀਂ ਜਿੱਤ ਗਏ ਤਾਂ ਮੈਂ ਤੁਹਾਡਾ, ਜੇ ਤੁਸੀਂ ਜਿੱਤ ਗਏ ਤਾਂ ਮੈਂ ਤੁਹਾਡਾ, ਜੇ ਮੈਂ ਜਿੱਤ ਗਿਆ ਤੁਸੀਂ ਮੇਰੇ। ਇੱਦਾਂ ਦੀ ਸ਼ਰਤ ਰੱਖੋ, ਠੀਕ ਹੈ। ਇੱਦਾਂ ਦਾ ਪਿਆਰ ਹੋਣਾ ਚਾਹੀਦਾ, ਇੱਦਾਂ ਦਾ ਪ੍ਰੇਮ ਹੋਣਾ ਚਾਹੀਦਾ। ਪ੍ਰਭੂ ਮੈਨੂੰ ਇੰਨਾ ਕੁਛ ਦੇ ਰਿਹਾ, ਉਹਦੇ ਚਰਨਾਂ 'ਚ ਬੈਠ ਕੇ ਇੰਨਾ ਕੁਛ ਮਿਲਦਾ ਪਿਆ, ਉਹਦੀ ਉਸਤਤ ਕਰਨਾ, ਉਹਦਾ ਗੁਣਗਾਨ ਕਰਨ 'ਚ ਇੰਨਾ ਕੁਛ ਮਿਲਦਾ ਪਿਆ, ਫਿਰ ਤੁਸੀਂ ਕਿਉਂ ਨਹੀਂ ਕਰਦੇ ਪਏ?
ਇੱਕ ਵਾਰ ਉਹਦੇ ਬਣ ਕੇ ਤਾਂ ਦੇਖੋ। ਇਹ ਜਿੱਦਾਂ ਆਪਾਂ ਇੱਕ ਫਿਲਮ ਬਣਾਉਂਦੇ ਆ, ਸਟੇਜ ਮਿਲਦੀ ਆ ਹੈ ਨਾ, ਸਟੇਜ ਤੇ ਰੋਲ ਅਦਾ ਕਰਨ ਲਈ ਕੋਈ ਹੀਰੋ ਬਣ ਜਾਂਦਾ, ਕੋਈ ਚੋਰ ਬਣ ਜਾਂਦਾ, ਕੋਈ ਠੱਗ ਬਣ ਜਾਂਦਾ, ਕੋਈ ਸਾਧੂ ਬਣ ਜਾਂਦਾ ਹੈ ਨਾ, ਕੋਈ ਹੀਰੋਇਨ ਬਣ ਜਾਂਦੀ ਆ, ਕੋਈ ਵਿਲਨ ਬਣ ਜਾਂਦਾ। ਉਹ ਆਪਣਾ ਆਪਣਾ ਸਟੇਜ ਤੇ ਰੋਲ ਅਦਾ ਕਰਕੇ ਚਲੇ ਜਾਂਦੇ ਆ, ਜਿੱਦਾਂ ਜਿੱਦਾਂ ਉਹਨਾਂ ਨੂੰ ਰੋਲ ਮਿਲਿਆ ਹੁੰਦਾ ਨਾ। ਇਸੇ ਤਰ੍ਹਾਂ ਸੰਸਾਰ ਇੱਕ ਸਟੇਜ ਆ, ਸਾਰਿਆਂ ਨੂੰ ਆਪਣਾ ਆਪਣਾ ਰੋਲ ਮਿਲਿਆ ਹੋਇਆ, ਅਸੀਂ ਆਪਣਾ ਰੋਲ ਅਦਾ ਕਰਕੇ ਚਲੇ ਜਾਣਾ। ਠੀਕ ਹੈ ਨਾ। ਤੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ। ਆਪਣੇ ਆਪ ਨੂੰ ਗੁਰੂ ਦੇ ਚਰਨਾਂ ਸਮਰਪਣ ਕਰ ਦਿਓ, ਪਰਮਾਤਮਾ ਦੇ ਚਰਨਾਂ ਸਮਰਪਣ ਕਰ ਦਿਓ, ਤੁਹਾਡੀ ਗੱਲ ਬਣ ਜਾਏਗੀ। ਤੁਸੀਂ ਬਿਨਾਂ ਸਵਾਰਥ, ਕੋਈ ਸਵਾਲ ਨਹੀਂ ਪਰਮਾਤਮਾ ਦੇ ਕਰਨਾ, ਗੁਰੂ ਨਾਲ ਕਰਨਾ, ਸਿਰਫ ਉਹਦੇ ਹੁਕਮ ਅਨੁਸਾਰ ਰੋਜ਼ ਬੰਦਗੀ ਕਰਨੀ ਹੈ। 2.5-3 ਘੰਟੇ ਦਾ ਸੀਟਿੰਗ ਤੁਹਾਡੀ ਹੋਣੀ ਚਾਹੀਦੀ ਹੈ, ਅਭਿਆਸ ਤੁਹਾਡਾ ਹੋਣਾ ਚਾਹੀਦਾ। ਤੁਸੀਂ ਮੈਂ ਕਹਿੰਦਾ ਹਫ਼ਤਾ 10 ਦਿਨ ਕਰਕੇ ਦੇਖੋ, ਤੁਹਾਨੂੰ ਕੁਛ ਨਾ ਕੁਛ ਅਨੁਭਵ ਹੋਣਾ ਹੈ। ਇੱਥੇ ਕੋਈ ਉਪਾਅ ਕਰਨ ਦੀ ਲੋੜ ਨਹੀਂ। ਸ਼ਨੀਵਾਰ ਨੂੰ ਕਿਤੇ ਤੇਲ ਚੜਾਉਣ ਦੀ ਜ਼ਰੂਰਤ ਨਹੀਂ, ਮੰਗਲਵਾਰ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਵੀਰਵਾਰ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਐਤਵਾਰ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਮੱਸਿਆ ਪੁੰਨਿਆ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਆਪਣੇ ਅੰਦਰ ਆ ਜਾਓ, ਸੱਚ ਦੇ ਨਾਲ ਜੁੜੋ। ਅਸੀਂ ਸ਼ਾਰਟਕਟ ਰਸਤੇ ਲੱਭਦੇ ਹਾਂ ਕਿ ਅਗਲਾ ਮੇਰਾ ਆਹ ਹੱਲ ਕਰ ਦੇ, ਮੇਰਾ ਦੁੱਖ ਦੂਰ ਕਰ ਦੇ, ਮੇਰਾ ਉਹ ਕਰ ਦੇ। ਇੱਦਾਂ ਕੁਛ ਨਹੀਂ ਹੋਣ ਵਾਲਾ। ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ, ਆਪਣਾ ਆਪ ਸਮਾਂ ਖਰਾਬ ਕਰਦੇ ਪਏ ਹੋ। ਸਾਡੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ 4 ਉਦਾਸੀਆਂ ਕੀਤੀਆਂ, ਨਾਮ ਦਾ ਹੋਕਾ ਦਿੰਦੇ ਗਏ। ਗੁਰੂ ਰਵਿਦਾਸ ਮਹਾਰਾਜ ਜੀ ਆਏ, ਉਹਨਾਂ ਨੇ ਨਾਮ ਦਾ ਹੋਕਾ ਦਿੱਤਾ। ਕਬੀਰ ਸਾਹਿਬ ਆਏ, ਉਹਨਾਂ ਨੇ ਨਾਮ ਦਾ ਹੋਕਾ ਦਿੱਤਾ। ਇਹ ਨਾਮ 'ਚ ਬੜੀ ਵੱਡੀ ਤਾਕਤ ਆ, ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਪਣੀ ਡਿਊਟੀ। 2.5-3 ਘੰਟੇ ਘੱਟੋ ਘੱਟ ਅਭਿਆਸ ਕਰਨਾ ਸ਼ੁਰੂ ਕਰੋ। ਠੀਕ ਆ। ਤੁਸੀਂ ਪਾਠ ਕਰਦੇ ਹੋ, ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਵਧੀਆ ਗੱਲ ਆ, ਕਰੋ। ਇੱਕ ਵਾਰ ਕਰ ਲਿਆ, ਕਰਨ ਤੋਂ ਬਾਅਦ ਅੱਖਾਂ ਬੰਦ ਕਰਕੇ ਬਹਿ ਜਾਓ, ਸ਼ਾਂਤ ਹੋ ਕੇ ਆਪਣੇ ਅੰਤਰ ਵੀ ਸਿਮਰਨ ਕਰੋ। ਚਲੀਸਾ ਪੜ੍ਹਦੇ ਹੋ, ਹਨੂੰਮਾਨ ਚਲੀਸਾ ਪੜ੍ਹ ਲਿਆ, ਸ਼ਿਵ ਚਲੀਸਾ ਪੜ੍ਹ ਲਿਆ, ਦੁਰਗਾ ਚਲੀਸਾ ਪੜ੍ਹ ਲਿਆ, ਜਿੱਦਾਂ ਵੀ ਤੁਸੀਂ ਆਪਣੇ ਆਪਣੇ ਧਰਮਾਂ ਦੇ ਹਿਸਾਬ ਨਾਲ ਕਰਦੇ ਹੋ। ਉਹ ਕਰਨ ਤੋਂ ਬਾਅਦ ਇਕਾਗਰ ਹੋ ਕੇ ਬਹਿ ਜਾਇਆ ਕਰੋ, ਆਪਣੇ ਅੰਤਰ ਦੇ ਵਿੱਚ ਸਿਮਰਨ ਕਰਨ ਦੀ ਕੋਸ਼ਿਸ਼ ਕਰੋ, ਅੰਦਰ ਸਿਮਰਨ ਕਰਨ ਦੀ ਕੋਸ਼ਿਸ਼ ਕਰੋ, ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਜੋ ਵੀ ਮਿਲਣਾ ਧਿਆਨ ਦੇ ਗਰਭ 'ਚੋਂ ਮਿਲਣਾ। ਬਾਰ-ਬਾਰ ਕਹਿਣਾ, ਉਮੀਦ ਨਾ ਰੱਖੋ ਕਿਸੇ ਦੀ, ਉਮੀਦ ਨਾ ਰੱਖੋ ਉਹ ਮੇਰਾ ਆਹ ਕਰੇਗਾ, ਉਹ ਮੇਰਾ ਉਹ ਕਰੇਗਾ। ਦੁੱਖ ਦਾ ਕਾਰਨ ਹੈ ਇਹ। ਜਦੋਂ ਉਮੀਦ ਟੁੱਟਦੀ ਆ ਫਿਰ ਸਾਡਾ ਦੁੱਖ ਦਾ ਕਾਰਨ। ਸਾਡੇ ਕਰਮਾਂ ਅਨੁਸਾਰ ਸਾਨੂੰ ਮਿਲਣਾ, ਸੁੱਖ ਵੀ ਸਾਡੇ ਕਰਮਾਂ ਅਨੁਸਾਰ, ਦੁੱਖ ਵੀ ਸਾਡੇ ਕਰਮਾਂ ਨਾਲ। ਇੱਕ ਦਰ ਦੇ ਭਿਖਾਰੀ ਬਣ ਜਾਓ, ਇੱਕ ਦਰ ਦੇ। ਪ੍ਰਭੂ ਨੂੰ ਸਮਰਪਣ ਕਰ ਦਿਓ, ਕਹ ਪ੍ਰਭੂ ਮਾਰ ਲੈ ਚਾਹੇ ਰੱਖ ਲਾ, ਅਸੀਂ ਤੇਰੇ ਹੀ ਹਾਂ। ਸੁੱਖ ਦੇਵੇ ਤਾਂ ਵੀ ਸ਼ੁਕਰਾਨਾ ਕਰੋ ਉਹਦਾ, ਦੁੱਖ ਦੇਵੇ ਤਾਂ ਵੀ ਸ਼ੁਕਰਾਨਾ ਕਰੋ ਉਹਦਾ। ਆਪੇ ਮਰੇ ਸਵਰਗ ਮਿਲਦਾ ਹੁੰਦਾ, ਆਪਣੇ ਆਪ ਮਰ ਕੇ ਹੀ ਸਵਰਗ ਮਿਲਦਾ। ਕਿਸੇ ਦੇ ਮਰਨ ਨਾਲ ਸਾਨੂੰ ਕੁਝ ਨਹੀਂ ਮਿਲਣ ਵਾਲਾ। ਠੀਕ ਹੈ ਨਾ। ਮੈਂ ਰੋਟੀ ਖਾਧੀ ਆ, ਮੇਰੀ ਭੁੱਖ ਮਿਟਣੀ ਆ। ਮੈਂ ਪਾਣੀ ਪੀਤਾ, ਮੇਰੀ ਪਿਆਸ ਮਿਟਣੀ ਆ। ਤੇ ਤੁਸੀਂ ਪਾਠ ਕਰੋਗੇ, ਠੀਕ ਹੈ, ਤੁਸੀਂ ਅਭਿਆਸ ਕਰੋਗੇ, ਤੁਹਾਨੂੰ ਅਨੁਭਵ ਮਿਲਣਾ, ਤੁਹਾਨੂੰ ਮਨ ਦੀ ਸ਼ਾਂਤੀ ਮਿਲਣੀ, ਤੁਹਾਨੂੰ ਆਨੰਦ ਮਿਲਣਾ, ਤੁਹਾਨੂੰ ਸੁੱਖ ਮਿਲਣਾ। ਇਹਦਾ ਕਿਸੇ ਦੂਜੇ ਬੰਦੇ ਨੂੰ ਇਹਦਾ ਬੈਨੀਫਿਟ ਨਹੀਂ ਹੋ ਸਕਦਾ। ਤੁਹਾਡੀਆਂ 90% ਟੈਨਸ਼ਨਾਂ, ਦੁੱਖ ਦਰਦ ਉੱਦਾਂ ਹੀ ਖਤਮ ਹੋ ਜਾਣੇ ਆ। ਇੱਕ ਵਾਰ ਉਹਦੇ ਬਣ ਕੇ ਦੇਖੋ, ਅਸੀਂ ਉਹਨਾਂ ਪ੍ਰੇਮ ਕਰਕੇ ਤਾਂ ਦੇਖੋ। ਇਹ ਜੀਵਨ ਬੜਾ ਕੀਮਤੀ ਆ, ਬਾਰ-ਬਾਰ ਕਹਿੰਦਾ ਇਹ ਜੀਵਨ ਬੜਾ ਕੀਮਤੀ ਆ। ਅਸੀਂ ਐਡੀ ਵੱਡੀ ਉੱਚੀ ਜੋਨੀ ਦੇ ਵਿੱਚ 84 ਲੱਖ ਜੋਨੀਆਂ ਦੇ ਸਰਦਾਰ ਬਣਾਇਆ ਪ੍ਰਮਾਤਮਾ ਨੇ ਸਾਨੂੰ। ਅਸੀਂ ਫਿਰ ਆਪਣੇ ਨੀਵੇਂ ਜੇ ਨੀਚੇ ਜੂਨੀਆਂ, ਨੀਚੇ ਜੋਨੀਆਂ, ਉਹਨੂੰ ਅਸੀਂ ਉਹਦੀ ਸੇਵਾ ਕਰੀ ਜਾ ਰਹੇ ਸੀ। ਸਭ ਤੋਂ ਪਹਿਲੀ ਯੋਨੀ ਹੈਗੀ ਦਰਖਤ ਦੀ। ਹਜ਼ਾਰਾਂ ਸਾਲ ਦਰਖਤ ਖੜੇ ਰਹਿੰਦੇ ਆ, ਪਹਿਲੀ ਯੋਨੀ। ਫਿਰ ਉਹ ਯੋਨੀ ਕੱਟਣੀ, ਫਿਰ ਉਹਨੇ ਕੀੜੇ ਮਕੌੜੇ ਬਣਨਾ ਜਾ ਕੇ। ਅਸੀਂ ਲੋਕ 84 ਲੱਖ ਯੋਨੀਆਂ ਦੇ ਸਰਦਾਰ ਹੋ ਕੇ, ਮਾਲਕ ਬਣਾ ਕੇ ਪ੍ਰਮਾਤਮਾ ਨੇ ਸਾਨੂੰ ਭੇਜਿਆ। ਮਾਲਕ ਹੋ ਕੇ ਅਸੀਂ ਉਹਨਾਂ ਦੀ ਪੂਜਾ ਕਰੀ ਜਾ ਰਹੇ ਹਾਂ। ਅਸੀਂ ਦਰਖਤਾਂ ਦੀ ਪੂਜਾ ਕਰਦੇ ਪਏ ਨਾ।
ਸਾਨੂੰ ਤਾਂ ਪ੍ਰਮਾਤਮਾ ਨੇ ਮਾਲਕ ਬਣਾਇਆ। ਆਪਾਂ ਆਪਣੇ ਵੱਡਿਆਂ ਦੀ ਸੇਵਾ ਕਰਾਂਗੇ ਨਾ, ਵੱਡਿਆਂ ਦੀ ਬੰਦਗੀ ਕਰਾਂਗੇ, ਵੱਡਿਆਂ ਦੀ ਭਗਤੀ ਕਰਾਂਗੇ ਨਾ। ਅਸੀਂ ਸਭ ਤੋਂ ਨੀਚੇ ਜੁਨੀ ਦਰਖਤਾਂ ਦੀ ਪੂਜਾ ਕਰੀ ਜਾਂਦੇ। ਜਿਹੜਾ ਆਪ ਨਹੀਂ ਮੁਕਤ ਹੈਗਾ ਉਹ ਸਾਨੂੰ ਕੀ ਕਰੇਗਾ? ਉਹਦੀ ਆਪਤੀ ਤਾਂ ਮੁਕਤੀ ਹੋਈ ਨਹੀਂ, ਉਹ ਸਾਡੀ ਮੁਕਤੀ ਕਰੀ ਕਰੇਗਾ। ਸਮਝਣ ਵਾਲੀ ਗੱਲ ਆ। ਦੇਖੋ, ਸਮਝੋ ਜਰਾ ਧਿਆਨ ਨਾਲ। ਅਸੀਂ ਆਪਣੇ ਉੱਚੇ ਦੀ ਬੰਦਗੀ ਕਰਨੀ ਆ, ਆਪਣੇ ਉੱਪਰ ਦੀ ਭਗਤੀ ਕਰਨੀ ਆ, ਪਰ ਅਸੀਂ ਉਹ ਦਰਖਤਾਂ ਦੀ ਪੂਜਾ ਕਰਦੇ ਪਏ। ਉਹਨਾਂ ਦੀ ਆਪ ਦੀ ਮੁਕਤੀ ਨਹੀਂ ਹੋਈ, ਸਾਡੀ ਮੁਕਤੀ ਕਿੱਦਾਂ ਕਰੇਗਾ? ਸਮਝ ਗਏ ਨਾ ਮੇਰੀ ਗੱਲ? ਹੈ ਛੋਟੀ ਗੱਲ ਦੇਖੋ, ਪਰ ਕਿੰਨਾ ਵੱਡਾ ਮਤਲਬ ਹੈ ਇਹਦਾ। ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਰਾਸਤੇ ਨੂੰ ਬਦਲਣਾ ਪੈਣਾ। ਅਸੀਂ ਗਲਤ ਰਸਤੇ ਜਾ ਰਹੇ ਹਾਂ। ਉਹਨੂੰ ਕੁਝ ਪੈਸਾ ਚੜਾਉਣ ਦੀ ਲੋੜ ਨਹੀਂ, ਕੁਝ ਦੇਣ ਦੀ ਲੋੜ ਨਹੀਂ ਹੈਗੀ। ਬਸ ਪ੍ਰੇਮ ਕਰ ਲਓ, ਪ੍ਰੇਮ ਕਰਨਾ ਸਿੱਖ ਲਓ ਬਸ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਨਾ, ਬਾਰ-ਬਾਰ ਮੈਂ ਗੱਲ ਕਹਿਣਾ ਹੁੰਦਾ ਮਹਾਰਾਜ ਦੀ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਸੇ ਨੇ ਪੁੱਛਿਆ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਕੀ ਆ? ਉਹਨੇ ਮਹਾਰਾਜ ਨੇ ਇੱਕੋ ਗੱਲ ਕਹੀ ਕਿ ਬੇਟੇ, ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਕਰਨਾ ਸਿੱਖ ਲਓ। ਉਹਦੀ ਯਾਦ ਦੇ ਵਿੱਚ ਦੋ ਹੰਝੂ ਲਿਆ ਤੇ ਨਾ, ਇਹ ਤਾਂ ਵੀ ਤੁਹਾਡੀ ਗੱਲ ਬਣ ਜਾਣੀ ਹੈ। ਅਸੀਂ ਦੁਨਿਆਵੀ ਪਿਆਰ ਦੀ ਖਾਤਰ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ, ਇੱਕ ਦੂਜੇ ਦੂਰ ਹੋਏ ਨੇ ਕਿੰਨਾ ਰੋਂਦੇ ਆ ਉਹ, ਹੈਨਾ? ਕਿੰਨਾ ਤੜਫਦੇ ਆ, ਕਿੰਨਾ ਉਹਨਾਂ ਨੂੰ ਰੋਣਾ ਆਉਂਦਾ ਆ। ਕਿ ਅਸੀਂ ਇੰਨਾ ਪਿਆਰ ਆਪਣੇ ਗੁਰੂ ਨਾਲ ਨਹੀਂ ਕਰ ਸਕਦੇ? ਕਿ ਇੰਨਾ ਪਿਆਰ ਅਸੀਂ ਪ੍ਰੇਮ ਪਰਮਾਤਮਾ ਨਾਲ ਨਹੀਂ ਕਰ ਸਕਦੇ? ਜੇ ਇੰਨਾ ਪ੍ਰੇਮ ਸਾਨੂੰ ਪਰਮਾਤਮਾ ਦੇ ਨਾਲ ਹੋਵੇ, ਆਪਣੇ ਗੁਰੂ ਨਾਲ ਹੋਵੇ, ਕੀ ਉਹ ਸਾਨੂੰ ਦਰਸ਼ਨ ਨਹੀਂ ਦੇਗਾ? ਕੀ ਉਹ ਸਾਡੇ ਨਾਲ ਗੱਲ ਨਹੀਂ ਕਰੇਗਾ? ਆਪਣੇ ਹੱਥ ਆ ਸਭ ਕੁਝ। ਇਹ ਤੁਸੀਂ ਦੇਖਣਾ ਆਪਣਾ ਜੀਵਨ ਤੁਸੀਂ ਕਿੱਦਾਂ ਦਾ ਬਣਾਉਣਾ ਚਾਹੁੰਦੇ ਹੋ। ਇੱਕ ਵਾਰ ਆਪਣੀ ਤਾਕਤ ਨੂੰ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਪਰਮਾਤਮਾ ਨੇ ਆਪਣਾ ਆਪ ਰੂਪ ਇਹ ਇਨਸਾਨ ਨੂੰ ਬਣਾ ਕੇ ਭੇਜਿਆ। ਠੀਕ ਹੈ? ਦੁੱਧ ਆ, ਤੁਹਾਡੀ ਹਿੰਮਤ ਹੈ ਦੁੱਧ ਤੋਂ ਦਹੀਂ ਬਣਾਉਣਾ, ਤੁਹਾਡੀ ਹਿੰਮਤ ਆ ਦਹੀਂ ਤੋਂ ਮੱਖਣ ਬਣਾਉਣਾ, ਤੁਹਾਡੀ ਹਿੰਮਤ ਆ ਮੱਖਣ ਤੋਂ ਦੇਸੀ ਘੀ ਬਣਾਉਣਾ। ਸਮਝ ਗਏ ਮੇਰੀ ਗੱਲ? ਦੁੱਧ ਆਪਾਂ 50 ਰੁਪਏ ਕਿਲੋ ਲੈਤਾ, 60 ਰੁਪਏ ਕਿਲੋ ਲੈਤਾ। ਤੁਹਾਡੀ ਹਿੰਮਤ, ਤੁਸੀਂ ਮਿਹਨਤ ਕਰੋਗੇ, ਜਾਗ ਲਾਓਗੇ, ਉਹ ਦਹੀਂ ਬਣ ਜਾਊਗਾ। ਥੋੜੀ ਕੀਮਤ ਵੱਧ ਗਈ। ਤੁਸੀਂ ਹੋਰ ਮਿਹਨਤ ਕਰੋਗੇ, ਉਹਨੂੰ ਰਿੜਕੋਗੇ, ਮੱਖਣ ਬਣ ਜਾਊਗਾ। ਮੱਖਣ ਨੂੰ ਹੋਰ ਗਰਮ ਕਰੋਗੇ, ਹੈ ਨਾ? ਹੋਰ ਮਿਹਨਤ ਕਰੋਗੇ, ਉਹ ਦੇਸੀ ਘੀ ਬਣ ਜਾਏਗਾ। ਇਸੇ ਤਰ੍ਹਾਂ ਤੁਸੀਂ ਆਤਮਾ ਤੋਂ ਭਗਤੀ ਕਰੋਗੇ ਤਾਂ ਪਰਮਾਤਮਾ ਹੀ ਬਣ ਜਾਓਗੇ, ਪੁਰਸ਼ ਤੋਂ ਮਹਾਪੁਰਸ਼ ਬਣ ਜਾਓਗੇ। ਠੀਕ ਹੈ ਨਾ? ਜਿਹੜੇ ਸੰਤ ਮਹਾਪੁਰਸ਼ਾਂ ਕੋਲ ਆਪਾਂ ਜਾਂਦੇ ਹਾਂ, ਮੱਥੇ ਟੇਕਦੇ ਹਾਂ, ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਛੁੱਟੀ ਹੁੰਦੀ ਉਹਨਾਂ ਕੋਲ ਜਾਂਦੇ ਹਾਂ, ਸੰਤਾਂ ਮਹਾਪੁਰਸ਼ ਫਕੀਰਾਂ ਕੋਲ ਜਾਂਦੇ ਹਾਂ। ਜੇ ਉਹ ਉੱਥੇ ਪਹੁੰਚਿਆ, ਤੁਸੀਂ ਵੀ ਪਹੁੰਚ ਸਕਦੇ ਆ। ਜੇ ਇੱਕ ਦੇਸ਼ ਚੰਦ ਤੇ ਚਲਾ ਗਿਆ ਤੇ ਬਾਕੀ ਦੇਸ਼ ਵੀ ਤਾਂ ਚੰਦ ਤੇ ਚਲੇ ਗਏ। ਬਾਕੀਆਂ ਨੇ ਤੇ ਖੋਜ ਹੀ ਕਰ ਹੀ ਲਈ। ਜੇ ਉਹ ਸੰਤ ਮਹਾਪੁਰਸ਼ ਬਣ ਸਕਦੇ ਆ, ਤੁਸੀਂ ਕਿਉਂ ਨਹੀਂ? ਤੁਸੀਂ ਬਣ ਸਕਦੇ ਆ, ਪਰ ਸਾਨੂੰ ਆਪਣੇ ਆਪ ਨੂੰ ਉੱਦਾਂ ਦਾ ਬਣਾਉਣਾ ਪੈਣਾ। ਆਪਾਂ ਨੂੰ ਬਾਹਰੋਂ ਧਿਆਨ ਹਟਾ ਕੇ ਅੰਦਰ ਜੋੜਨਾ ਹੀ ਪੈਣਾ। ਜਾਂ ਰੱਬ ਜਾਂ ਜੱਬ, ਦੋਨਾਂ 'ਚ ਇੱਕ ਕੰਮ ਹੋਣਾ। ਟੁੱਟਾਂਗੇ ਤਾਂ ਹੀ ਜੁੜਾਂਗੇ। ਸੰਸਾਰ ਤੋਂ ਟੁੱਟਾਂਗੇ, ਪ੍ਰਭੂ ਨਾਲ ਜੁੜਾਂਗੇ। ਸਮਝਣ ਦੀ ਕੋਸ਼ਿਸ਼ ਕਰੋ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਇਹ ਜੀਵਨ ਇਹ ਬਾਰ-ਬਾਰ ਨਹੀਂ ਮਿਲਦਾ। ਇਹਦੀ ਕਦਰ ਕਰੋ। ਆਪਣੇ ਗੁਰੂ ਦਾ ਕਹਿਣਾ ਮੰਨੋ, ਗੁਰੂ ਦੀ ਹੁਕਮ ਦੀ ਪਾਲਣਾ ਕਰੋ। ਇਹ ਸਰੀਰ ਇਹ ਹਰੀ ਦਾ ਮੰਦਰ ਹੈ, ਇਸ ਨੂੰ ਸਾਫ਼ ਸੁਥਰਾ ਰੱਖੋ, ਇਹਨੂੰ ਗੰਦਾ ਨਾ ਕਰੋ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਇੱਕ ਵਾਰ ਇਸ ਪੌੜੀ ਤੋਂ ਗਿਰ ਗਏ ਨਾ, ਫਿਸਲ ਗਏ, ਸਿੱਧਾ 84 ਲੱਖ ਜੋਨੇ ਜਾਣਾ ਪੈਣਾ। ਪਸ਼ੂ ਜਾਨਵਰ, ਕੀੜੇ ਮਕੌੜੇ, ਦਰਖਤ, ਇਹ ਸਭ ਬਣਨਾ ਪੈਣਾ ਸਾਨੂੰ।
ਫਿਰ ਪਤਾ ਨਹੀਂ ਸਾਡਾ ਮੌਕਾ ਮਿਲੇ ਨਾ ਮਿਲੇ, ਪ੍ਰਮਾਤਮਾ ਪਤਾ ਨਹੀਂ ਉਹਦੀ ਮੋਹ ਹੋਵੇ ਨਾ ਹੋਵੇ, ਸਾਨੂੰ ਇਹ ਸਰੀਰ ਦੁਬਾਰਾ ਮਿਲੇ ਨਾ ਮਿਲੇ, ਕੋਈ ਗਰੰਟੀ ਨਹੀਂ ਹੈਗੀ। ਹਾਂ, ਜੇ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਫਿਰ ਪ੍ਰਭੂ ਚਾਹੇ, ਗੁਰੂ ਚਾਹੇ ਤਾਂ ਸਾਨੂੰ ਇਹ ਸਰੀਰ ਦੁਬਾਰਾ, ਸਾਡੀ ਭਗਤੀ ਜੇ ਅਧੂਰੀ ਰਹਿ ਗਈ, ਉਹ ਦੁਬਾਰਾ ਸਾਨੂੰ ਇਹ ਸਰੀਰ ਦੇ ਸਕਦਾ ਹੈ। ਇਹ ਜਨਮ ਦੁਬਾਰਾ ਮਨੁੱਖੀ ਝੋਲਾ ਦੁਬਾਰਾ ਦੇ ਸਕਦਾ ਹੈ। ਫਿਰ ਕੋਈ ਉਮੀਦ ਹੈਗੀ ਆ। ਜੇ ਅਸੀਂ ਭਗਤੀ ਨਹੀਂ ਕੀਤੀ, ਇਹਦੀ ਜਾਨਵਰ ਵਾਂਗੂ ਆਪਣਾ ਜੀਵਨ ਬਤੀਤ ਕਰਤਾ, ਬੇਕਾਰ ਕਰ ਦਿੱਤਾ, ਤਾਂ ਸਾਨੂੰ ਇਹ ਜੀਵਨ ਮਨੁੱਖੀ ਜਨਮ ਦੁਬਾਰਾ ਨਹੀਂ ਮਿਲਣਾ। ਸਾਨੂੰ ਕੀੜੇ ਮਕੌੜੇ ਬਣਨਾ ਹੀ ਪੈਣਾ, ਪਸ਼ੂ ਬਣਨਾ ਹੀ ਪੈਣਾ। ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਸੋਨਾ ਦਾਨ ਕਰ ਲਓ, ਚਾਂਦੀ ਦਾਨ ਕਰ ਲਓ, ਪੈਸੇ ਦਾਨ ਕਰ ਲਓ, ਲੰਗਰ ਲਗਾ ਲਓ ਤਰ੍ਹਾਂ ਤਰ੍ਹਾਂ ਦੇ, ਇਹ ਜੋ ਤੁਸੀਂ ਸੰਸਾਰ 'ਚ ਦੇ ਰਹੇ ਆ ਨਾ, ਦਾਨ ਕਰਦੇ ਪਏ, ਇਹ ਤੁਹਾਨੂੰ 10% ਦੇ ਨਾਲ ਤੁਹਾਨੂੰ ਦੁਬਾਰਾ ਮਿਲਣਾ ਹੈ। ਇਹ ਤੁਹਾਡੇ ਕੋਲ ਵਾਪਸ ਆਣਾ। ਇਹ ਜੋ ਤੁਸੀਂ ਦਾਨ ਪੁੰਨ ਕਰਦੇ ਹੋ, ਇਹ ਦੁਬਾਰਾ ਤੁਹਾਨੂੰ ਅੱਗੇ ਤੁਹਾਡੇ ਦੁਬਾਰਾ ਮਿਲਣਾ ਤੁਹਾਨੂੰ ਇਹ, ਠੀਕ ਹੈ ਨਾ। ਔਰ ਕਰਮਾਂ ਦੇ ਹਿਸਾਬ ਨਾਲ, ਤੁਹਾਡੇ ਅੱਛੇ ਬੁਰੇ ਕਰਮਾਂ ਦੇ ਹਿਸਾਬ ਨਾਲ ਤੁਹਾਨੂੰ ਨਰਕ ਸਵਰਗ ਮਿਲਣਾ। ਆਪਾਂ ਕਹਿੰਦੇ ਸਵਰਗੀ ਫਲਾਣਾ, ਕੋਈ ਮਰ ਜਾਂਦਾ, ਆਪਾਂ ਇੱਕੋ ਗੱਲ ਕਹਿੰਦੇ ਸਵਰਗੀ ਆ, ਸਵਰਗੀ ਆ, ਸਵਰਗੀ ਆ। ਤੁਹਾਨੂੰ ਕੀ ਪਤਾ ਸਵਰਗ 'ਚ ਗਿਆ ਕਿ ਨਰਕ 'ਚ ਗਿਆ? ਜਿਹੜਾ ਮਰਦ ਉਹਦੇ ਅੱਗੇ ਲਾਣੇ ਸਵਰਗੀ ਜੀ ਫਲਾਣਾ, ਸਵਰਗ ਵੀ ਨਰਕ ਹੀ ਆ। ਉਹ ਸਾਨੂੰ ਕਰਮਾਂ ਦੇ ਅੱਛੇ ਕਰਮ ਕੀਤੇ, ਉਹ ਸਵਰਗਾਂ 'ਚ ਭੇਜ ਦੇਣਾ। ਉੱਥੇ ਵੀ ਐ ਜਿੱਦਾਂ ਕੋਠੀ ਦੇ ਵਿੱਚ ਬੰਦ ਕਮਰੇ 'ਚ ਬੰਦੇ ਨੂੰ ਇਕੱਲੇ ਨੂੰ ਬਿਠਾ ਦਿੱਤਾ ਜਾਵੇ ਨਾ, ਕੋਈ ਕੰਮ ਕਰਨਾ ਪਵੇ ਤਾਂ ਉਹ ਪਾਗਲ ਹੋ ਜਾਂਦਾ। ਇਹਦੀ ਜਿਹੜੇ ਅੱਛੇ ਕਰਮਾਂ ਦਾ ਉਹਨੂੰ ਫਲ ਮਿਲਣਾ, ਜਦੋਂ ਸਮਾਂ ਪੂਰਾ ਹੋ ਗਿਆ ਉਹਦਾ, ਫੇਰ ਚੱਕ ਕੇ ਸੰਸਾਰ 'ਚ ਭੇਜ ਦੇਣਾ ਉਹਨੂੰ। ਪਰ ਉਹਨਾਂ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਪਰਮਾਤਮਾ ਮਿਲੇਗਾ ਭਗਤੀ ਕਰਕੇ, ਬੰਦਗੀ ਕਰਕੇ। ਬੰਦਾ ਉਹ ਜੋ ਬੰਦਗੀ ਕਰੇ, ਭਗਤ ਉਹ ਜੋ ਭਗਤੀ ਕਰੇ, ਸਾਧੂ ਉਹ ਜਿਹੜਾ ਆਪਣੇ ਆਪ ਨੂੰ ਸਾਧੇ। ਠੀਕ ਹੈ ਨਾ। ਇਹ ਭਗਤੀ ਕਰਨਾ ਹੀ ਮੁਕਤੀ ਮਿਲਣੀ ਆ। ਭਗਤੀ ਕਰਨਾ ਹੀ ਸਾਨੂੰ ਇਹ ਪਰਮਾਤਮਾ ਮਿਲਣਾ ਆ, ਸਾਨੂੰ ਅਸਲੀ ਆਨੰਦ ਮਿਲਣਾ, ਸਾਨੂੰ ਅਸਲੀ ਸੁੱਖ ਸ਼ਾਂਤੀ ਮਿਲਣੀ ਆ, ਸਾਨੂੰ ਜ਼ਿੰਦਗੀ ਦੇ ਮਨ ਦਾ ਠਹਿਰਾਅ ਮਿਲਣਾ। ਠੀਕ ਹੈ ਨਾ। ਬਾਹਰ ਵੀ ਕੁਛ ਵੀ ਅੰਦਰ ਹੀ ਮਿਲਣਾ, ਸਭ ਕੁਛ ਅੰਦਰ ਹੀ। ਡਾਕਟਰ ਇਸ ਸਰੀਰ ਨੂੰ, ਡਾਕਟਰ ਅਗਰ ਚਾਕੂ ਨਾਲ ਜਾਂ ਚੀਰ ਫਾੜ ਕਰੇ, ਇਹਨੂੰ ਕੱਟੇ ਵੱਡੇ, ਤਾਂ ਇਹਦੇ ਵਿੱਚ ਉਹਨੂੰ ਹੱਡ ਮਾਸ ਹੀ ਮਿਲਣਾ, ਖੂਨ ਮਿਲਣਾ, ਹੱਡੀਆਂ ਮਿਲਣੀਆਂ, ਮਾਸ ਦੇ ਟੁਕੜੇ ਮਿਲਣੇ। ਪਰ ਇਹਦੇ ਵਿੱਚ ਬੜਾ ਕੁਛ ਆ। ਦੇਖੋ, ਉਹਨੇ ਆਪਣਾ ਭੇਜ ਦਿੱਤਾ ਹੀ ਨਹੀਂ ਪਰਮਾਤਮਾ ਨੇ। ਉਹ ਛੂ ਕੇ ਵੀ ਅਛੂਤ ਆ। ਇਹ ਤਾਂ ਜਿਹੜਾ ਭਗਤੀ ਕਰਦਾ, ਜਿਹੜਾ ਜੋ ਖੋਜੇ ਸੋ ਪਾਵੇ, ਜਿਹੜਾ ਭਗਤੀ ਕਰਦਾ, ਆਪਣੇ ਗੁਰੂ ਨਾਲ ਪ੍ਰੇਮ ਕਰਦਾ, ਗੁਰੂ ਦੀ ਬਚਨਾਂ ਦੇ ਫੁੱਲ ਚੜਾਉਂਦਾ ਹੈ ਨਾ, ਰੋਜ਼ ਗੁਰੂ ਦੇ ਹੁਕਮ ਅਨੁਸਾਰ ਭਗਤੀ ਕਰਦਾ, ਸਿਮਰਨ ਕਰਦਾ, ਉਹੀ ਅੰਦਰ ਬੜਾ ਕੁਝ ਦੇਖ ਸਕਦਾ। ਇੰਨਾ ਕੁਛ ਆ, ਜੇ ਆਪਾਂ ਰੋਜ਼ ਧਿਆਨ ਲਗਾਵਾਂਗੇ, ਰੋਜ਼ ਸਿਮਰਨ ਕਰਾਂਗੇ, ਬੜਾ ਕੁਛ ਅੰਦਰ। ਤੁਸੀਂ ਅੱਖਾਂ ਹੀ ਨਹੀਂ ਖੋਲਣੀਆਂ, ਇੰਨੀ ਵਧੀਆ ਫਿਲਮ ਚੱਲਦੀ ਅੰਦਰ। ਅਗਰ ਡਾਕਟਰ ਇਹਨਾਂ ਨੂੰ ਕਰੇ ਕੱਟੇ ਹੋਏ, ਡਾਕਟਰ ਨੂੰ ਕੁਛ ਨਹੀਂ ਲੱਭਣਾ। ਜੇ ਅਭਿਆਸੀ ਰੋਜ਼ ਅਭਿਆਸ ਕਰੂੰਗਾ, ਉਹਨੂੰ ਬੜਾ ਕੁਛ ਮਿਲ ਜਾਣਾ ਅੰਦਰ। ਪਰ ਅਸੀਂ ਭਗਤੀ ਕਰਕੇ ਖੁਸ਼ ਹੀ ਨਹੀਂ। ਸਵੇਰੇ ਉੱਠੋ, ਸਭ ਤੋਂ ਪਹਿਲਾਂ ਨਹਾ ਧੋ ਕੇ ਪ੍ਰਭੂ ਦੇ ਚਰਨਾਂ 'ਚ ਬੈਠੋ। ਅੰਮ੍ਰਿਤ ਵੇਲੇ ਗੁਰੂ ਸੰਤ ਮਹਾਂਪੁਰਸ਼ ਫਕੀਰ ਦੇਵੀ ਦੇਵਤੇ ਪੀਰ ਪੈਗੰਬਰ ਅੰਮ੍ਰਿਤ ਵੇਲੇ ਅੰਮ੍ਰਿਤ ਦੀਆਂ ਟੋਕਰੀਆਂ ਲੈ ਕੇ, ਹੈ ਨਾ, ਖਜ਼ਾਨੇ ਲੈ ਕੇ, ਬਖਸ਼ਿਸ਼ ਦੇ ਖਜ਼ਾਨੇ ਲੈ ਕੇ ਉੱਪਰ ਖੜੇ ਹੁੰਦੇ ਆ। ਉਹ ਦੇਖਦੇ ਆ, ਝਾਤੀ ਮਾਰਦੇ ਆ ਕਿ ਮੇਰੇ ਬੱਚੇ ਕਿਹੜੇ ਭਗਤੀ ਕਰਦੇ ਪਏ ਆ। ਜਿਹੜੇ ਉਸ ਸਮੇਂ ਅੰਮ੍ਰਿਤ ਵੇਲੇ ਬਹਿੰਦੇ ਆ, ਭਗਤੀ ਦਾ ਅਭਿਆਸ ਕਰਦੇ ਆ, ਉਹਨੂੰ ਕਿੰਨੇ ਤਰ੍ਹਾਂ ਦੇ ਪਦਾਰਥ ਦਿੰਦਾ ਪਰਮਾਤਮਾ, ਕਿੰਨੀ ਤਰ੍ਹਾਂ ਦੀ ਉਹ ਬਖਸ਼ਿਸ਼ ਕਰਦਾ ਉਹਨਾਂ 'ਤੇ, ਕਿੰਨਾ ਉਹਨਾਂ ਨੂੰ ਸੁੱਖ ਦੀ ਆਨੰਦ ਦਿੰਦਾ ਉਹਨੂੰ। ਪਰ ਅਸੀਂ ਉਸ ਟਾਈਮ ਸੁੱਤੇ ਹੁੰਦੇ ਆ। ਜਿਹੜੇ ਸੋਏ ਜਾਂਦੇ ਉਹਨਾਂ ਨੂੰ ਕੁਛ ਨਹੀਂ ਮਿਲਦਾ। ਫਿਰ ਅਸੀਂ ਸੋਚਦੇ ਕਿ ਪਰਮਾਤਮਾ ਸਾਨੂੰ ਦੇਖਦਾ ਨਹੀਂ ਪਿਆ, ਗੁਰੂ ਸਾਡੇ ਕੋਲ ਆਉਂਦਾ। ਗੁਰੂ ਕਿੱਦਾਂ ਆਵੇਗਾ? ਜਦੋਂ ਯਾਦ 'ਚ ਬੈਠਾਂਗੇ ਤਾਂ ਹੀ ਉਹ ਆਵੇਗਾ ਨਾ, ਤਾਂ ਹੀ ਉਹ ਦਰਸ਼ਨ ਦੇਗਾ। ਬਖਸ਼ਿਸ਼ ਦੀ ਟੋਕਰੀ ਲੈ ਕੇ ਪ੍ਰਮਾਤਮਾ, ਦੇਵੀ ਦੇਵਤੇ, ਪੀਰ ਪੈਗੰਬਰ, ਰਿਸ਼ੀ ਮੁਨੀ, ਸੰਤ ਮਹਾਂਪੁਰਸ਼ ਅੰਮ੍ਰਿਤ ਵੇਲੇ ਉੱਪਰ ਖੜੇ ਦੇਖਦੇ ਹੁੰਦੇ ਆ ਕਿ ਕਿਹੜੇ ਮੇਰੇ ਬੱਚੇ ਭਗਤੀ ਦੇ ਬੈਠੇ, ਸਿਮਰਨ ਤੇ ਬੈਠੇ ਆ। ਠੀਕ ਹੈ ਨਾ। ਤਾਂ ਹੀ ਪ੍ਰਭੂ ਕਹਿ ਰਹੇ, ਗੁਰੂ ਮਹਾਰਾਜ ਕਹਿੰਦੇ, ਬੇਟੇ ਅੰਮ੍ਰਿਤ ਵੇਲੇ ਸੰਭਾਲ ਕਰੋ। ਜਾਗਤ ਹੈ ਤੋ ਪਾਵਤ ਹੈ। ਜਿਹੜੇ ਜਾਗੋਗੇ ਉਸ ਟਾਈਮ,
ਜਿਹੜੇ ਅੰਮ੍ਰਿਤ ਵੇਲੇ ਪ੍ਰਭੂ ਦੀ ਯਾਦ 'ਚ ਬੈਠੋਗੇ, ਸਿਮਰਨ ਕਰੋਗੇ, ਭਜਨ ਸੇਵਾ ਦਾ ਅਭਿਆਸ ਕਰੋਗੇ, ਉਹਦੀ ਯਾਦ 'ਚ ਬੈਠੋਗੇ, ਉਹਨੂੰ ਬੜਾ ਕੁਝ ਮਿਲ ਜਾਣਾ। ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਇਹ ਉਹ ਸੌਦਾ ਆ। ਪਰ ਅਸੀਂ ਲੋਕ ਉਸ ਸਮੇਂ ਸੁੱਤੇ ਰਹਿੰਦੇ ਹਾਂ। ਸਾਨੂੰ ਕੀ ਮਿਲਣਾ? ਬਿਮਾਰੀਆਂ ਮਿਲਣੀਆਂ। ਪਿਛਲਾ ਇਤਿਹਾਸ ਪੜ੍ਹ ਕੇ ਦੇਖ ਲਓ, ਸੰਤਾ ਮਾਸ ਫਕੀਰਾਂ ਦਾ, ਹਨਾ। ਕੁੱਕੜ ਵਾਗ ਦਿੰਦਾ ਹੁੰਦਾ ਸੀ, ਸਾਰੇ ਉੱਠ ਕੇ ਬਹਿੰਦੇ, ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦੀ ਯਾਦ 'ਚ ਬਹਿੰਦੇ, ਬੰਦਗੀ ਕਰ ਲੈਂਦੀ। ਜੋ ਸੂਰਜ ਨਿਕਲਦਾ ਆਪਣੇ ਕੰਮ ਕਰ ਚਲੇ ਜਾਂਦੇ ਸੀ। ਪਰ ਅਸੀਂ ਉਦੋਂ ਉੱਠਦੇ ਹਾਂ ਜਦੋਂ ਸੂਰਜ ਸਾਡੇ ਸਿਰ ਤੇ ਹੋ ਜਾਂਦਾ। ਫੇਰ ਕਹਿੰਦੇ ਬਾਬਾ ਸਾਨੂੰ ਬਿਮਾਰੀ ਲੱਗ ਗਈਆਂ। ਉੱਥੇ ਬਾਬਾ ਕੀ ਕਰੇ? ਠੀਕ ਹੈ ਨਾ। ਗੁਰੂ ਤਾਂ ਤੁਹਾਨੂੰ ਸੁੱਖ ਦੇਣ ਵਾਸਤੇ ਬੈਠਾ, ਗੁਰੂ ਤੁਹਾਨੂੰ ਸਦਾ ਸਦਾ ਆਨੰਦ ਦੇਣ ਵਾਸਤੇ ਬੈਠਾ, ਪਰ ਅਸੀਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਦੇ। ਰਾਤ ਨੂੰ ਘੱਟ ਤੋਂ ਘੱਟ ਰੋਟੀ ਖਾਓ, ਘੱਟ ਤੋਂ ਘੱਟ ਖਾਣਾ ਖਾਓ ਰਾਤ ਨੂੰ, ਕਿ ਤੁਹਾਡੀ ਅੰਮ੍ਰਿਤ ਵੇਲੇ ਅੱਖ ਖੁੱਲ ਜਾਵੇ। ਉਹ ਦੂਜੀ ਗੱਲ, ਜਿਹੜੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਆ, ਪਰਮਾਤਮਾ ਨਾਲ ਪ੍ਰੇਮ ਕਰਦੇ ਆ, ਕਹਿੰਦੇ ਲੱਗੀ ਵਾਲਿਆਂ ਦੀ ਕਦੇ ਨਹੀਂ ਅੱਖ ਲੱਗਦੀ, ਤੇਰੀ ਕਿਵੇਂ ਅੱਖ ਲੱਗੀ? ਠੀਕ ਹੈ। ਜਿਨ੍ਹਾਂ ਦੀ ਲੱਗੀ ਹੁੰਦੀ ਆ ਉਹਦੇ ਨਾਲ, ਠੀਕ ਹੈ, ਉਹਨਾਂ ਦੀ ਅੱਖ ਨਹੀਂ ਲੱਗਦੀ। ਠੀਕ ਹੈ ਨਾ। ਇੱਕ ਵਾਰ ਉਹਨਾਂ ਲਾ ਕੇ ਤਾਂ ਦੇਖੋ, ਉਹਦੇ ਬਣ ਕੇ ਤਾਂ ਦੇਖੋ, ਤੁਹਾਡੀਆਂ 90% ਟੈਨਸ਼ਨਾਂ ਖਤਮ ਹੋ ਜਾਣੀਆਂ। ਇੱਕੋ ਕੰਮ ਕਰਨਾ, ਬੰਦਗੀ, ਸਿਮਰਨ, ਰੋਜ਼ ਅਭਿਆਸ ਕਰਨਾ। ਦੇਖੋ ਤੁਹਾਡਾ ਜੀਵਨ ਬਦਲ ਜਾਣਾ। ਕੁਛ ਮੰਗਣ ਦੀ ਲੋੜ ਹੀ ਨਹੀਂ ਪੈਣੀ, ਕੁਛ ਕਹਿਣ ਦੀ ਲੋੜ ਹੀ ਨਹੀਂ ਪੈਣੀ, ਆਟੋਮੈਟਿਕ ਸਭ ਕੁਝ ਹੋ ਹੀ ਜਾਣਾ। ਇਹ ਦਾਸ ਦਾ ਅਨੁਭਵ ਆ। ਮੈਂ ਆਪਣਾ ਅਨੁਭਵ ਬਿਆਨ ਕਰਦਾ। ਮੇਰੇ ਨਾਲ ਜੋ ਪ੍ਰੈਕਟੀਕਲ ਹੁੰਦਾ ਨਾ, ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਹੁਣ, ਕਿ ਸ਼ਾਇਦ ਕਿਉਂਕਿ ਇਹ ਗੱਲਾਂ ਸਭ ਨਾਲ ਹੁੰਦੀਆਂ। ਜਿਹੜਾ ਇਸ ਰਾਸਤੇ ਚੱਲਦਾ ਨਾ, ਇਹ ਜੋ ਸੰਸਾਰੀ ਸਵਾਲ ਇਹ ਸਭ ਨਾਲ ਇੱਕੋ ਜਿਹੇ ਹੁੰਦੇ ਆ। ਇਸ ਕਰਕੇ ਤੁਹਾਡੇ ਨਾਲ ਵਿਚਾਰ ਕਰਦਾ, ਤੁਹਾਡੀ ਕਿਤੇ ਨਾ ਕਿਤੇ ਗੱਲ ਬਣ ਜਾਵੇ। ਠੀਕ ਹੈ ਨਾ। ਔਰ ਜਦੋਂ ਧਿਆਨ ਲਗਾਣੇ, ਧਿਆਨ ਲਗਾ ਕੇ ਅੰਦਰ ਆਪਣੇ ਕਿਸੇ ਦੇਵੀ ਦੇਵਤੇ ਨਾਲ ਗੱਲ ਨਹੀਂ ਕਰਨੀ। ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ, ਤੇ ਗੁਰੂ ਨੂੰ ਦੇਖਣ ਦੀ ਕੋਸ਼ਿਸ਼ ਕਰਨੀ। ਠੀਕ ਹੈ ਨਾ। ਜਦੋਂ ਅੰਦਰ ਕਈ ਸਾਡੇ ਨਾਲ ਇਹਦੇ ਵਿੱਚ ਕੋਈ ਨੈਗੇਟਿਵ ਪਾਵਰ ਵੀ ਕਦੇ ਆਪਣੇ ਗੁਰੂ ਦਾ ਰੂਪ ਧਾਰਨ ਬਣਾ ਲਾ ਖੜ੍ਹ ਜਾਂਦੀ ਆ, ਜਾਂ ਕਿਸੇ ਦੇਵੀ ਦੇਵਤੇ ਦਾ ਰੂਪ ਬਣਾ ਕੇ ਅੰਦਰ ਵੀ ਖੜ੍ਹ ਜਾਂਦਾ, ਜਾਂ ਕਿਸੇ ਪੀਰ ਫਕੀਰ ਦਾ, ਹੈ ਨਾ। ਠੀਕ ਹੈ ਨਾ। ਸਾਡਾ ਸਿਮਰਨ ਤੇਜ਼ ਹੋਣਾ ਚਾਹੀਦਾ, ਸਿਮਰਨ ਚੱਲਦਾ ਰਹਿਣਾ ਚਾਹੀਦਾ। ਜੇ ਸਾਡਾ ਸਿਮਰਨ ਅਭਿਆਸ ਪੱਕਾ, ਤਾਂ ਉਹਨੇ ਬਲਾਸਟ ਫਟ ਜਾਣਾ ਉਹਨੇ। ਫਿਰ ਗੁਰੂ ਸਾਡੇ ਦਾ ਅਸਲੀ ਸਰੂਪ ਆ ਜਾਣਾ। ਜਦ ਤੱਕ ਤੁਹਾਡੇ ਗੁਰੂ ਨਾਲ ਗੱਲ ਨਾ ਹੋਵੇ, ਗੁਰੂ ਨੂੰ ਤੁਸੀਂ ਦੇਖ ਨਹੀਂ ਲੈਂਦੇ, ਤੱਕ ਕਿਸੇ ਵੀ ਦੇਵੀ ਦੇਵਤੇ ਨਾਲ, ਪੀਰ ਪੈਗੰਬਰ ਨਾਲ ਸਵਾਲ ਜਵਾਬ ਨਹੀਂ ਕਰਨਾ, ਪਰ ਨਮਸਕਾਰ ਕਰਨੀ ਆ, ਔਰ ਆਪਣਾ ਅਭਿਆਸ ਕਰਦੇ, ਅੰਦਰ ਦੇ ਮੰਡਲੇ ਸੈਰ ਕਰਦੇ ਰਹਿਣਾ। ਅਸੀਂ ਲੋਕ ਭਗਤੀ ਕਰਦੇ ਹਾਂ, ਸਿਮਰਨ ਕਰਦੇ, ਸਾਨੂੰ ਕੋਈ ਦਿਖਣ ਲੱਗ ਪੈਂਦਾ ਨਾ, ਅਸੀਂ ਲੋਕਾਂ ਨੂੰ ਦੱਸਣ ਲੱਗ ਜਾਂਦੇ ਹਾਂ। ਫੌਜੀ ਨੂੰ ਗੋਲੀਆਂ ਦਿੱਤੀਆਂ, ਆਪਣੇ ਹਿਫਾਜ਼ਤ ਵਾਸਤੇ ਦਿੱਤੀ ਹੈ, ਬੰਦੂਕ ਆਪਣੇ ਹਿਫਾਜ਼ਤ ਵਾਸਤੇ ਦਿੱਤੀ ਆ। ਇਹ ਥੋੜ੍ਹੀ ਆਪਾਂ ਬੰਦੇ ਕਿਸੇ ਨੂੰ ਮਾਰੀ ਜਾਊਗਾ। ਇਸ ਤਰ੍ਹਾਂ ਭਗਤੀ ਜਿਹੜੀ ਸਿਮਰਨ ਹੁੰਦੀ ਤੁਹਾਡੀ ਆਪਣੇ ਵਾਸਤੇ ਆ, ਇਹ ਕਿਸੇ ਵਾਸਤੇ ਨਹੀਂ ਹੈਗੀ। ਅੱਗੇ ਵਧੋ, ਅੱਗੇ ਬੜਾ ਕੁਛ ਆ, ਪਰ ਅਸੀਂ ਲੋਕ ਉੱਥੇ ਇੱਕ ਲੈਵਲ 'ਤੇ ਫਸ ਕੇ ਰਹੇ ਨੇ। ਜਿਸ ਤਰ੍ਹਾਂ ਆਪਾਂ ਰੋਜ਼ ਅਭਿਆਸ ਕਰਨਾ ਸ਼ੁਰੂ ਕੀਤਾ, ਸਾਡਾ ਸਰੀਰ ਵਾਈਬਰੇਟ ਹੋਇਆ। ਠੀਕ ਹੈ ਨਾ। ਵਾਈਬਰੇਟ ਹੋਣ ਲੱਗ ਗਿਆ, ਜਾਂ ਸਰੀਰ ਨੂੰ ਪੌਣ ਇੱਦਾਂ ਪੌਣ ਆਉਣ ਲੱਗ ਗਈ, ਹੈ ਨਾ। ਅਸੀਂ ਇਹਦੀ ਖੋਜ ਕਰਨੀ ਆ, ਇਹ ਤੋਂ ਅੱਗੇ ਨਿਕਲਣਾ, ਅੱਗੇ ਬੜਾ ਕੁਛ ਆ। ਇਹ ਕੁਛ ਵੀ ਨਹੀਂ ਹੈਗਾ। ਇਹ ਸਿਰਫ ਜਿੱਦਾਂ ਇੱਕ ਨਰਸਰੀ KG ਦੀ ਪੜ੍ਹਾਈ ਹੈ ਨਾ, ਇਹ ਉਹ ਪੜ੍ਹਾਈ ਆ। ਇਹ ਤੋਂ ਅੱਗੇ ਬੜਾ ਕੁਛ ਆ, ਬੜਾ ਕੁਛ ਆ। ਪੌਣ ਆਉਂਦੀ ਨਾ, ਹਾਜ਼ਰੀ ਆਉਂਦੀ, ਇਹ ਤੋਂ ਵੀ ਅੱਗੇ ਨਿਕਲੋ, ਅੱਗੇ ਖੋਜ ਕਰਨ ਦੀ ਕੋਸ਼ਿਸ਼। ਆਪਣੀ ਖੋਜ ਨੂੰ ਬੰਦ ਨਾ ਕਰੋ, ਉੱਥੇ ਤੱਕ ਸੀਮਿਤ ਨਾ ਰਹੋ। ਸਾਨੂੰ ਸਾਹਮਣੇ ਕੋਈ ਬੈਠਾ ਬੰਦਾ, ਉਹਦੇ ਬਾਰੇ ਪ੍ਰਭੂ ਦੱਸਦਾ, ਪਤਾ ਲੱਗਦਾ ਸਭ ਕੁਛ। ਆਂਢੀ ਗੁਆਂਢੀ ਕੀ ਹੋਣਾ ਪਤਾ ਲੱਗਦਾ, ਕੱਲ ਕੀ ਹੋਣ ਵਾਲਾ ਪਤਾ ਲੱਗਦਾ, ਜਦੋਂ ਅਸੀਂ ਅਭਿਆਸ ਕਰਦੇ, ਬੰਦਗੀ ਕਰਦੇ ਹਾਂ। ਪਰ ਇਹ ਤੁਹਾਡੇ ਆਪਣੇ ਵਾਸਤੇ ਆ, ਇਹ ਲੋਕਾਂ ਵਾਸਤੇ ਨਹੀਂ ਹੈਗਾ। ਇਹਨੂੰ ਇੱਦਾਂ ਰੱਖਣਾ, ਇੱਦਾਂ ਮੁੱਠੀ ਬੰਦ, ਚੁੱਪ ਕਰ ਜਾਣਾ, ਬਸ ਗੂੰਗੇ ਬਣ ਜਾਓ। ਬਸ ਰੋਜ਼ ਅਭਿਆਸ ਕਰੋ, ਰੋਜ਼ ਅਭਿਆਸ ਕਰੋ। ਇਹ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋ, ਖੋਜ ਕਰੋ, ਹੋਰ ਖੋਜ ਕਰੋ। ਫਿਰ ਤੁਹਾਡੀ ਪੌਣ ਆਉਣੀ ਬੰਦ ਹੋ ਜਾਣੀ, ਤੁਹਾਡਾ ਸਰੀਰ ਵਾਈਬਰੇਟ ਹੋਣਾ ਬੰਦ ਹੋ ਜਾਣਾ। ਅੱਗੇ ਨਿਕਲੋ। ਜੇ ਤੁਸੀਂ ਇਹਦੇ ਵਿੱਚ ਫਸ ਕੇ ਰਹਿ ਗਏ, ਤਾਂ ਤੁਸੀਂ ਕਦੇ ਵੀ ਉਸ ਆਨੰਦ ਦੀ ਅਵਸਥਾ 'ਤੇ ਪਹੁੰਚ ਨਹੀਂ ਸਕਦੇ। ਅਸੀਂ ਲੋਕ ਭਗਤੀ ਕਰਦੇ ਹਾਂ, ਇਹਦਾ ਮੁੱਲ ਪਾ ਦਿੱਤਾ ਅਸੀਂ, ਲੋਕਾਂ ਦੇ ਉਪਾਏ ਕਰਨ ਲੱਗ ਗਏ। ਅਸੀਂ ਆਪਣੀ ਇੰਨੀ ਕਮਾਈ ਨੂੰ ਵਿਅਰਥੀ ਉਲਟਾਈ ਜਾਂਦੇ ਹਾਂ। ਦੁਨੀਆ ਸੌਂਦੀ ਆ, ਸਾਧੂ ਜਾਗਦੇ ਆ। ਦੁਨੀਆ ਸੱਜੇ ਜਾਂਦੀ ਆ, ਤੇ ਫਕੀਰ ਸੰਤ ਮਹਾਂਪੁਰਸ਼ ਖੱਬੇ ਜਾਂਦੇ ਆ।
ਦੁਨੀਆ ਦੀ ਸੰਤਾਂ ਮਾਂ ਫਕੀਰਾਂ ਦੀ ਬਣਦੀ ਨਹੀਂ ਹੈਗੀ। ਦੁਨੀਆ ਕਹਿੰਦੀ ਅੱਖਾਂ ਖੋਲ ਕੇ ਦੇਖੋ, ਫਕੀਰ ਕਹਿੰਦੇ ਅੱਖਾਂ ਬੰਦ ਕਰਕੇ ਦੇਖੋ। ਦੁਨੀਆ ਕਹਿੰਦੀ ਕੰਨ ਖੋਲ ਕੇ ਰੱਖੋ, ਫਕੀਰ ਕਹਿੰਦੇ ਕੰਨ ਬੰਦ ਕਰੋ, ਅੰਦਰਲੀ ਆਵਾਜ਼ਾਂ ਸੁਣੋ। ਦੁਨੀਆ ਕਹਿੰਦੀ ਰੋਲਾ ਪਾਓ ਬੋਲੋ, ਫਕੀਰ ਕਹਿੰਦੇ ਚੁੱਪ ਕਰ ਜਾਓ। ਦੁਨੀਆ ਕਹਿੰਦੀ ਬਾਹਰ ਪ੍ਰਮਾਤਮਾ ਆ, ਫਕੀਰ ਕਹਿੰਦੇ ਅੰਦਰ ਪ੍ਰਮਾਤਮਾ ਹੈ। ਦੱਸੋ ਕਿੱਦਾਂ ਬਣ ਜੂਗੀ ਉਹਨਾਂ ਦੀ? ਪਰ ਅਸੀਂ ਆਪ ਲੋਕਾਂ ਨੇ ਆਪਣੀ ਭਗਤੀ ਦਾ ਮੁੱਲ ਪਾਤਾ, ਸਸਤਾ ਮੁੱਲ ਪਾਤਾ, ਸਸਤਾ ਕੋਡੀਆਂ ਦੇ ਭਾਅ ਆਪਣਾ ਭਗਤੀ ਦਾ ਮੁੱਲ ਪਾਤਾ। ਲੋਕਾਂ ਦੇ ਅਸੀਂ ਉਪਾਏ ਕਰਨ ਲੱਗ ਗਏ। ਕਿਸੇ ਦਾ ਕੰਮ ਅੜ ਜਾਣਾ, ਲੈ ਵੀ ਆ ਕਰ ਵੀ। ਇਹ ਭਗਤੀ ਇਸ ਕੰਮਾਂ ਵਾਸਤੇ ਨਹੀਂ ਮਿਲੀ ਹੈਗੀ। ਭਗਤੀ ਆਪਣੇ ਆਪ ਨੂੰ ਜਾਣਨ ਵਾਸਤੇ ਮਿਲੀ ਆ, ਉਸ ਆਪਣੇ ਆਪ ਨੂੰ ਮੁਕਤ ਕਰਨ, ਸੰਸਾਰ 'ਚ ਆਉਣ ਜਾਣ ਦਾ ਖਤਮ ਕਰਨ ਵਾਸਤੇ ਮਿਲੀ ਆ। ਭਗਤੀ ਦਾ ਕੁਝ ਹੋਰ ਹਿਸਾਬ ਆ। ਅਸੀਂ ਇਹਨਾਂ ਨੂੰ ਸਸਤਾ ਸੌਦਾ ਦੁਨੀਆ ਲਈ ਬਣਾਤਾ। ਤੁਹਾਡਾ ਵੀ ਐਕਸਪੀਰੀਅੰਸ ਆ, ਤੁਸੀਂ ਸੰਸਾਰ 'ਚ ਘੁੰਮਦੇ ਹੋ, ਠੀਕ ਹੈ ਨਾ। ਫਕੀਰ ਦੇ ਕੋਲ ਸਾਰੀ ਦੁਨੀਆ ਆਉਂਦੀ ਹੈ। ਜੇ ਆਪ ਦਾ ਬੱਚਾ ਕੋਈ ਭਗਤੀ ਕਰਦਾ, ਕਈ ਘਰਾਂ ਜਾਣ ਦਾ ਮੌਕਾ ਮੈਂ ਦਾਸ ਨੂੰ, ਉਹਨਾਂ ਦੇ ਬੱਚੇ ਭਗਤੀ ਥੋੜ੍ਹਾ ਜ਼ਿਆਦਾ ਕਰਨ ਲੱਗ ਜਾਣ, ਅੱਧ ਘੰਟਾ ਡੇਢ ਘੰਟਾ ਬੈਠਣ ਲੱਗੇ ਨਾ, ਘਰ ਦੇ ਉਠਾ ਦਿੰਦੇ ਅੱਜ ਕੱਲ੍ਹ ਦੇ ਮਾਂ ਬਾਪ, ਉੱਠੋ ਉੱਠੋ ਉੱਠੋ, ਕਿਤੇ ਬਾਬਾ ਨਾ ਬਣ ਜੀ, ਕਦੇ ਸਿਰ ਨਾ ਹਿਲਾਉਣ ਲੱਗ ਜੀ। ਜੇ ਕੁੜੀਆਂ ਲੱਗ ਜਾਣ, ਕੁੜੀਆਂ ਨੂੰ ਵੀ ਕਹੇ ਨਾ 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 ਸਿਰ ਨਾ ਲਾਈ। ਅੱਜ ਕੱਲ੍ਹ ਕੋਈ ਮਾਂ ਬਾਪ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਫਕੀਰ ਬਣੇ, ਪਰ ਉਹ ਇਹ ਚਾਹੁੰਦੇ ਕਿ ਦੂਜੇ ਦਾ ਬੱਚਾ ਫਕੀਰ ਬਣ ਜਾਵੇ, ਆਪਣਾ ਬੱਚਾ ਨਾ ਬਣੇ। ਅੱਜ ਦੀ ਸੋਚ ਇਹ ਆ, ਅੱਜ ਦੀ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ, ਡਾਕਟਰ ਆਪ ਹੀ ਦਵਾਈ ਖਾਵੇ, ਆਰਾਮ ਸਾਨੂੰ ਆ ਜਾਵੇ। ਦਵਾਈ ਕੋਈ ਨਹੀਂ ਖਾਣਾ ਚਾਹੁੰਦਾ। ਮਾਸਟਰੀ ਪੇਪਰ ਦੇਵੇ, ਮਾਸਟਰੀ ਪੜ੍ਹਾਈ ਕਰੇ, ਮਾਸਟਰੀ ਪੇਪਰ ਦੇ ਦੇਵੇ, ਹੈ ਨਾ, ਤੇ ਪਾਸ ਅਸੀਂ ਹੋ ਜੀ। ਅੱਜ ਕੱਲ੍ਹ ਇਹੀ ਦੁਨੀਆ ਚਾਹੁੰਦੀ। ਆਪੇ ਮਰਗ ਸਵਰਗ ਮਿਲਦਾ ਹੁੰਦਾ, ਆਪੇ ਮਰ ਕੇ ਹੀ ਸਵਰਗ ਮਿਲਣਾ, ਠੀਕ ਹੈ ਨਾ। ਇਸ ਕਰਕੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਸਮਰਪਣ ਕਰ ਦਿਓ, ਔਰ ਗੁਰੂ ਜੋ ਤੁਹਾਡਾ ਕਹਿ ਰਿਹਾ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਕਰੋ। ਜੇ ਤੁਹਾਨੂੰ ਨਹੀਂ ਕੁਝ ਪਤਾ ਲੱਗਦਾ, ਆਪਣੇ ਗੁਰੂ ਤੋਂ ਤੁਸੀਂ ਪੁੱਛ ਸਕਦੇ ਹੋ। ਗੁਰੂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਗੁਰੂ ਨਾਲ ਪ੍ਰੇਮ ਕਰਨਾ, ਠੀਕ ਹੈ ਨਾ। ਗੁਰੂ ਤੋਂ ਸੰਸਾਰ ਦੀ ਕੋਈ ਗੱਲ ਨਹੀਂ ਕਰਨੀ, ਸੰਸਾਰ ਦਾ ਕੋਈ ਕੰਮ ਨਹੀਂ ਕਹਿਣਾ, ਠੀਕ ਹੈ ਨਾ। ਸਿਰਫ ਰੱਬ ਦੀ ਗੱਲ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ। ਔਰ ਬਸ ਦੱਸਦਾ, ਕੱਲ੍ਹ ਵੀਡੀਓ ਬਣਾਈ, ਉਹਦੇ ਵਿੱਚ ਵੀਡੀਓ ਬਣਾਉਂਦੇ ਬਣਾਉਂਦੇ ਕਨੈਕਸ਼ਨ ਕੱਟ ਗਿਆ ਸੀ ਨੈੱਟ ਦਾ, ਜਿਹਦੇ ਕਾਰਨ ਵੀਡੀਓ ਬੰਦ ਹੋ ਗਈ। ਅਤੇ ਇਸੇ ਤਰ੍ਹਾਂ ਸਾਡਾ ਜ਼ਿੰਦਗੀ ਦਾ ਕਨੈਕਸ਼ਨ ਜਿਹੜਾ ਹੈ ਨਾ, ਸੰਸਾਰ ਦੇ ਨਾਲ ਕਨੈਕਸ਼ਨ ਆ ਸਰੀਰ ਦਾ, ਇਹ ਜੋ ਸਾਡਾ ਕਨੈਕਸ਼ਨ ਕੱਟਿਆ ਗਿਆ, ਅਸੀਂ ਵੀ ਇੱਥੇ ਸਾਡਾ ਕੰਮ ਵੀ ਇੱਥੇ ਖਤਮ ਹੋ ਜਾਣਾ। ਅਤੇ ਪਤਾ ਨਹੀਂ ਕਿਹੜੇ ਵੇਲੇ ਸਾਡਾ ਸੰਸਾਰ ਦੇ ਨਾਲ ਕਨੈਕਸ਼ਨ ਕੱਟਿਆ ਜਾਵੇ। ਇਹ ਤਾਂ ਉਹਦੀ ਮੌਜ ਆ, ਕਿਉਂਕਿ ਸਵਾਸ ਮਿਲੇ ਆ, ਸਾਹ ਅੰਦਰ ਗਿਆ, ਪਤਾ ਨਹੀਂ ਬਾਹਰ ਆਉਣਾ ਨਹੀਂ ਆਉਣਾ, ਉਹਦੀ ਮੌਜ ਆ, ਠੀਕ ਹੈ। ਇਸ ਕਰਕੇ ਸਮੇਂ ਦੀ ਸੰਭਾਲ ਕਰ ਲਓ। ਅੱਜ ਤੋਂ ਹੀ ਬੰਦਗੀ ਕਰਨੀ ਸ਼ੁਰੂ ਕਰ ਦਿਓ। ਇਹ ਕਰਨੀ ਪੈਣੀ ਆ, ਠੀਕ ਹੈ ਨਾ। ਇਹ ਕਰਨੀ ਪੈਣੀ ਹੈ, ਕਰਕੇ ਹੀ ਛੁਟਕਾਰਾ ਆ, ਠੀਕ ਹੈ। ਇੱਥੋਂ ਬਿਨਾਂ ਕੋਈ ਛੁਟਕਾਰਾ ਨਹੀਂ ਹੈਗਾ। ਦਾਸ ਦੇ ਕੁਝ ਬੋਲਣ ਵਿੱਚ ਗਲਤੀ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ, ਅਤੇ ਉਹ ਅੱਛੀਆਂ ਗੱਲਾਂ ਲੱਗੀਆਂ ਅਤੇ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ, ਆਪਣਾ ਜੀਵਨ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਦਾਸ ਉਮੀਦ ਕਰਦਾ ਹੈ ਕਿ ਆਪ ਜੀ ਨੂੰ ਵਿਚਾਰ ਅੱਛੇ ਲੱਗੇ ਹੋਣਗੇ, ਔਰ ਅੱਜ ਤੋਂ ਹੀ ਤੁਸੀਂ ਭਗਤੀ ਕਰਨੀ ਸ਼ੁਰੂ ਕਰੋਗੇ, ਠੀਕ ਹੈ ਨਾ। ਇਸ ਕਰਕੇ ਆਪਣੇ ਆਪ ਦੀ ਖੋਜ ਕਰਨੀ ਆ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਆ, ਠੀਕ ਹੈ। ਤੁਹਾਨੂੰ ਆਪਣੇ ਤੋਂ ਸਮਾਂ ਨਹੀਂ ਮਿਲਣਾ, ਠੀਕ ਹੈ ਨਾ। ਇੱਕ ਵਾਰ ਗੁਰੂ ਦੇ ਬਣ ਕੇ ਤਾਂ ਦੇਖੋ, ਠੀਕ ਹੈ। ਔਰ ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਜੈ ਬਾਪੂ ਜੀ।